ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਿਆਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਭ ਦੀ ਖਬਰ ਲੈ, ਸਭ ਨੂੰ ਖਬਰ ਦੇ। ਸਾਡੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ, ਉਹਨਾਂ ਦੇ ਉੱਤੇ ਨਜ਼ਰ ਰੱਖਣੀ, ਨਜ਼ਰ ਹੀ ਨਹੀਂ ਉਸ ਦਾ ਨੀਝ ਲਾ ਕੇ ਵਿਸ਼ਲੇਸ਼ਣ ਕਰਨਾ ਔਰ ਆਪ ਤੱਕ ਉਹ ਸਾਰੀ ਜਾਣਕਾਰੀ ਪਹੁੰਚਾਣੀ, ਇਹ ਸਾਡਾ ਮਕਸਦ ਹੈ। ਪਰ ਇਸ ਸਾਰੇ ਕਾਰਜ ਦਾ, ਇਸ ਸਾਰੀ ਐਕਸਰਸਾਈਜ਼ ਦਾ ਮੁੱਖ ਮੰਤਵ ਇਸ ਤੋਂ ਵੀ ਜ਼ਿਆਦਾ ਗੰਭੀਰ ਹੈ, ਇਸ ਤੋਂ ਜ਼ਿਆਦਾ ਵਸੀਹ ਹੈ, ਇਸ ਤੋਂ ਜ਼ਿਆਦਾ ਵੱਡਾ ਹੈ। ਉਹ ਹੈ ਕਿ ਤੁਹਾਡੇ ਤੱਕ ਜਿਹੜੀ ਜਾਣਕਾਰੀ ਜਾਏ ਉਹ ਬਿਲਕੁਲ ਸਹੀ ਹੋਏ ਔਰ ਉਹ ਐਸੀ ਹੋਏ ਜਿਹੜੀ ਸਾਡੇ ਆਉਣ ਵਾਲੇ ਭਵਿੱਖ ਲਈ, ਸਾਡੀ ਆਉਣ ਵਾਲੀ ਪਨੀਰੀ ਲਈ ਉਹ ਇੱਕ ਚਾਨਣ ਮੁਨਾਰਾ ਵੀ ਹੋ ਸਕੇ, ਤਾਂ ਕਿ ਅਸੀਂ ਸਹੀ ਰਾਹ ਦੇ ਉੱਤੇ ਤੁਰ ਸਕੀਏ। ਐਂਟਰਟੇਨਮੈਂਟ, ਜਾਣਕਾਰੀ ਇਸ ਮੀਡੀਆ ਦਾ ਫਰਜ਼ ਹੈ, ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਦੇ ਵਿੱਚ ਉਹ ਜਾਣਕਾਰੀ ਜ਼ਰੂਰ ਦਿੱਤੀ ਜਾਏ ਜਿਹੜੀ ਬਿਲਕੁਲ ਤੱਥਾਂ ਦੇ ਉੱਤੇ ਆਧਾਰਿਤ ਹੋਏ। ਦਰਅਸਲ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਇੱਕ ਕਿਤਾਬੀਆ ਰਿਲੀਜਨ ਹਾਂ, ਅਸੀਂ ਅਹਿਲੇ ਕਿਤਾਬ ਹਾਂ, ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਮਤ ਹਾਂ। ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ, ਪਰ ਉਸ ਦੇ ਨਾਲ ਹੀ ਕਮਾਲ ਦੀ ਗੱਲ ਹੈ, ਬਹੁਤ ਸਾਰੇ ਇਤਿਹਾਸ ਦੀ ਸਿਰਜਣਾ ਹੋਈ। ਕਈ ਵਾਰ ਬੜੀ ਹੈਰਾਨੀ ਹੁੰਦੀ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਦੋਂ ਪ੍ਰਕਾਸ਼ ਹੋਇਆ, ਉਹਨਾਂ ਨੇ ਉਦਾਸੀਆਂ ਕੀਤੀਆਂ, ਉਹਨਾਂ ਨੇ ਜੀਵਨ ਕਾਲ ਦੇ ਵਿੱਚ ਜੋ ਜੋ ਕੌਤਕ ਕੀਤੇ, ਜੋ ਜੋ ਚੋਜ ਕੀਤੇ। ਕਿਤਨੀ ਹੈਰਾਨੀ ਹੈ ਕਿ ਉਹਨਾਂ ਦੇ ਸਮਕਾਲੀਨ ਗੁਰਸਿੱਖਾਂ ਨੇ ਨਾਲ ਹੀ ਨਾਲ ਸਾਹਿਤ ਦੀ ਸਿਰਜਣਾ ਵੀ ਕੀਤੀ। ਭਾਈ ਗੁਰਦਾਸ ਜੀ ਦੀ ਦੇਣ, ਉਹਨਾਂ ਦੇ ਕਵਿਤ, ਉਹਨਾਂ ਦੀਆਂ ਵਾਰਾਂ, ਉਹ ਸਾਹਿਤ ਦਾ ਅਨਮੋਲ ਖਜ਼ਾਨਾ ਹੈ। ਇਸ ਦੇ ਨਾਲ ਹੀ ਫਿਰ ਮਹਿਮਾ ਪ੍ਰਕਾਸ਼, ਫਿਰ ਗੁਰਦਾਸ, ਫਿਰ ਹੋਰ ਸਾਹਿਤ, ਪੰਥ ਪ੍ਰਕਾਸ਼, ਇਹ ਰਚੇ ਗਏ। ਫਿਰ ਇਸ ਦੇ ਬਾਅਦ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ, ਉਹਨਾਂ ਨੇ ਸੂਰਜ ਪ੍ਰਕਾਸ਼ ਕਈ ਖੰਡਾਂ ਦੇ ਵਿੱਚ ਰਚਿਆ। ਬਹੁਤ ਜ਼ਿਆਦਾ ਸਿੱਖ ਇਤਿਹਾਸਕਾਰ, ਸਿੱਖ ਸਾਹਿਤਕਾਰ ਹੋਏ ਜਿਨ੍ਹਾਂ ਨੇ ਸਿੱਖ ਵਿਰਸੇ ਨੂੰ, ਸਾਡੇ ਇਤਿਹਾਸ ਨੂੰ, ਸਾਡੇ ਧਰਮ ਨੂੰ ਉਹ ਇਤਿਹਾਸਕ ਔਰ ਸਾਹਿਤਕ ਲਿਟਰੇਚਰ ਦੇ ਨਾਲ ਮਾਲਾ-ਮਾਲ ਕੀਤਾ। ਪਰ ਦੂਸਰੇ ਪਾਸੇ ਇਹ ਵੀ ਕਹਿਣ ਵਿੱਚ ਕੋਈ ਅਤਕਥਨੀ ਨਹੀਂ, ਕੋਈ ਹੈਰਾਨੀ ਨਹੀਂ ਕਿ ਆਮ ਸਿੱਖ ਦੇ ਵਿੱਚ ਸਾਹਿਤ ਨੂੰ ਪੜ੍ਹਨ ਦੀ, ਸਾਹਿਤ ਦੇ ਵਿੱਚ ਰੁਚੀ ਰੱਖਣ ਦੀ ਉਹ ਬਿਰਤੀ, ਉਹ ਇੱਕ ਜਿਹੜੀ ਆਦਤ ਹੈ, ਉਹ ਬਿਲਕੁਲ ਨਾ ਦੇ ਬਰਾਬਰ ਹੋ ਗਈ। ਉਹ ਕਿਤਾਬਾਂ ਸਿਰਫ ਸਾਡੇ ਲਾਇਬ੍ਰੇਰੀਆਂ ਦਾ ਸ਼ਿੰਗਾਰ ਹੋ ਕੇ ਰਹਿ ਜਾਂਦੀਆਂ ਹਨ ਔਰ ਲਾਇਬ੍ਰੇਰੀਆਂ ਦੇ ਵਿੱਚ ਵੀ ਜਦੋਂ ਕੋਈ ਕਿਤਾਬ ਲੈ ਜਾਂਦਾ ਹੈ, ਅਵਲ ਤਾਂ ਪੜ੍ਹਦਾ ਨਹੀਂ ਔਰ ਜੇ ਪੜ੍ਹ ਲੈਂਦਾ ਹੈ ਤਾਂ ਵਾਪਸ ਵੀ ਨਹੀਂ ਕਰਦਾ। ਲਾਇਬ੍ਰੇਰੀਆਂ ਅਸੀਂ ਬਣਾਈਆਂ ਜ਼ਰੂਰ ਹਨ, ਪਰ ਉਹਨਾਂ ਨੂੰ ਸਾਂਭਿਆ ਨਹੀਂ। ਬਹੁਤ ਹੀ ਅਨਮੋਲ ਖਜ਼ਾਨਾ ਇਹ ਜੋ ਸਿੱਖ ਸਾਹਿਤਕਾਰਾਂ ਨੇ ਸਾਨੂੰ ਦਿੱਤਾ, ਇਹ ਸਾਡਾ ਬਹੁਮੁੱਲੀ ਵਿਰਸਾ ਹੈ। ਪਰ ਇਸ ਦੇ ਨਾਲ ਹੀ ਗੈਰ ਸਿੱਖਾਂ ਨੇ ਵੀ ਬਹੁਤ ਵੱਡੇ ਇਤਿਹਾਸ ਦੀ ਸਿਰਜਣਾ ਕੀਤੀ। ਮੁਗਲਾਂ ਦੇ ਸਮੇਂ, ਮੁਗਲ ਰਾਜ ਦੇ ਵੇਲੇ ਉਹਨਾਂ ਦੇ ਕ੍ਰੋਨਿਕਲਸ, ਉਹਨਾਂ ਦੇ ਨਾਲ ਅਖਬਾਰ ਨਵੀਸ ਹੁੰਦੇ ਸਨ, ਜਿਨ੍ਹਾਂ ਨੇ ਨਾਲ ਹੀ ਨਾਲ ਉਹਨਾਂ ਬਾਦਸ਼ਾਹਾਂ ਦਾ ਇਤਿਹਾਸ ਵੀ ਸਿਰਜਿਆ, ਉਹਨਾਂ ਦਾ ਇਤਿਹਾਸ ਵੀ ਲਿਖਿਆ। ਬਾਬੇ ਕੇ ਬਾਬਰ ਕੇ ਦੋ, ਇਹ ਜਿਹੜੀ ਗੁਰੂ ਸਾਹਿਬ ਦਾ ਬਚਨ ਸੀ, ਜੇ ਬਾਬਰ ਆਇਆ ਹੈ ਤਾਂ ਉਸ ਦਾ ਬਾਬਰਨਾਮਾ ਵੀ ਅੰਕਿਤ ਹੈ। ਜੇਕਰ ਜਹਾਂਗੀਰ ਆਇਆ ਹੈ ਤਾਂ ਉਸਨੇ ਵੀ ਆਪਣੀ ਜੀਵਨੀ ਤੁਜ਼ ਕੇ ਜਹਾਂਗੀਰੀ ਲਿਖੀ ਹੈ, ਜਿਸ ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਵਿਸਥਾਰ ਸਹਿਤ ਵਰਣਨ ਵੀ ਕੀਤਾ ਹੈ ਔਰ ਹਰਮੰਦਰ ਸਾਹਿਬ ਦਾ ਜ਼ਿਕਰ ਵੀ ਕੀਤਾ ਹੈ। ਇਸੇ ਤਰੀਕੇ ਦੇ ਨਾਲ ਮੁਆਸਰੇ ਆਲਮਗੀਰੀ, ਔਰੰਗਜ਼ੇਬ ਦਾ ਸਮਕਾਲੀਨ, ਉਸ ਦਾ ਇਤਿਹਾਸ ਅੰਕਿਤ ਹੈ। ਯਾਨੀ ਮੁੱਦਾ ਇਹ ਹੈ
कि बहुत वड्डा इतिहासकार समकालीन सिखां ने भी रचिया और गैर सिखां ने भी रचिया, हकूमत ने भी रचिया, पर कुदरती तौर दे उत्ते इस विच नज़रिए दा फर्क हो सकदा सी। हुण ਜਿਹੜੇ ਬੰਦੇ ਬਾਹਰੋਂ ਲਿਖ ਰਹੇ ਹਨ ਉਹਨਾਂ ਦਾ ਨਜ਼ਰੀਆ ਕੁਦਰਤੀ ਤੌਰ ਦੇ ਉੱਤੇ ਸਾਡੇ ਵਰਗਾ ਨਹੀਂ ਹੋ ਸਕਦਾ, ਪਰ ਇਸ ਦੇ ਇਲਾਵਾ ਇੱਕ ਹੋਰ ਸਾਹਿਤ ਦਾ ਅਨਮੋਲ ਖਜ਼ਾਨਾ, ਬਹੁਤ ਵੱਡਾ ਖਜ਼ਾਨਾ ਹੈ, ਉਹ ਹੈ ਰਹਿਤਨਾਮੇ ਜਿਹੜੇ ਗੁਰੂ ਕੇ ਸਿੱਖਾਂ ਨੇ ਰਚੇ। ਹਜ਼ੂਰ ਨੇ ਉਹਨਾਂ ਦੇ ਮੁਖਾਰਬਿੰਦ ਤੋਂ ਜੋ ਜੋ ਹੁਕਮ ਆਉਂਦੇ ਰਹੇ ਉਹ ਰਹਿਤਨਾਮਿਆਂ ਦੇ ਰੂਪ ਵਿੱਚ ਅੰਕਿਤ ਕਰਦੇ ਰਹੇ। ਇਹ ਤਾਂ ਇੱਕ ਇਤਿਹਾਸ ਦਾ, ਸਾਹਿਤ ਦਾ ਇੱਕ ਪੱਖ ਸੀ। ਜਦੋਂ ਅੰਗਰੇਜ਼ ਹਿੰਦੁਸਤਾਨ ਦੇ ਵਿੱਚ ਆਏ ਤਾਂ ਉਸ ਵੇਲੇ ਵੀ ਬਹੁਤ ਵੱਡੇ ਸਾਹਿਤ ਦੀ ਰਚਨਾ ਹੋਈ ਔਰ ਜਿਹੜਾ ਪਹਿਲਾ ਅੰਗਰੇਜ਼ ਸਾਹਿਤਕਾਰ, ਇਤਿਹਾਸਕਾਰ ਜਿਸ ਨੇ ਬਹੁਤ ਹੀ ਨੀਝ ਨਾਲ, ਬਹੁਤ ਨਿੱਠ ਕੇ ਜਿਸ ਨੂੰ ਕਹਿੰਦੇ ਹਨ ਔਰ ਬਹੁਤ ਹੀ ਗੰਭੀਰਤਾ ਦੇ ਨਾਲ ਜਿਸ ਨੇ ਸਿੱਖ ਇਤਿਹਾਸ ਲਿਖਿਆ, ਉਸ ਦਾ ਨਾਮ ਸੀ ਜੋਜ਼ਫ ਡੇਵੀ ਕਨਿੰਗਮ। ਜੋਜ਼ਫ ਡੇਵੀ ਕਨਿੰਗਮ ਦੇ ਬਾਰੇ ਸਿਰਫ ਇਤਨਾ ਹੀ ਕਹਿਣਾ ਬਣਦਾ ਹੈ ਕਿ ਜਿਹੜੇ ਇਤਿਹਾਸ ਦੀ ਕਿਤਾਬ, ਜੋ ਸਿੱਖ ਇਤਿਹਾਸ ਦੀ ਪੁਸਤਕ ਜੋਜ਼ਫ ਡੇਵੀ ਕਨਿੰਗਮ ਨੇ ਲਿਖੀ, ਉਸ ਤੋਂ ਬਾਅਦ ਉਹ ਪਹਿਲਾ ਇਤਿਹਾਸਕਾਰ ਹੈ ਫਿਰੰਗੀ, ਪਹਿਲਾ ਇਤਿਹਾਸਕਾਰ ਹੈ ਅੰਗਰੇਜ਼ ਜਾਂ ਵਿਦੇਸ਼ੀ ਜਿਸ ਨੇ ਸਿੱਖਾਂ ਦੇ ਇਤਿਹਾਸ ਨੂੰ ਇਤਨੇ ਵਿਸਥਾਰ ਸਹਿਤ ਅੰਕਿਤ ਕੀਤਾ ਹੈ। ਔਰ ਉਸ ਦੇ ਬਾਅਦ ਕੋਈ ਵੀ ਕਿਤਾਬ ਇਤਿਹਾਸ ਦੀ, ਕੋਈ ਵੀ ਕਿਤਾਬ, ਭਾਵੇਂ ਉਹ ਸਿੱਖ ਇਤਿਹਾਸਕਾਰ ਹਨ, ਹਿੰਦੂ ਇਤਿਹਾਸਕਾਰ ਹਨ, ਮੁਸਲਮਾਨ ਇਤਿਹਾਸਕਾਰ ਹਨ ਜਾਂ ਅੰਗਰੇਜ਼ ਜਾਂ ਕੋਈ ਵੀ ਇਤਿਹਾਸਕਾਰ ਹੈ, ਕੋਈ ਵੀ ਐਸਾ ਇਤਿਹਾਸ ਦਾ ਲਿਖਾਰੀ ਨਹੀਂ ਹੈ ਜਿਹੜਾ ਜੋਜ਼ਫ ਡੇਵੀ ਕਨਿੰਗਮ ਦੀ ਕਿਤਾਬ ਨੂੰ ਉਸ ਤੋਂ ਓਲੇ ਹੋ ਕੇ, ਉਸ ਨੂੰ ਦਰਕਿਨਾਰ ਕਰਕੇ, ਉਸ ਨੂੰ ਅੱਖੋਂ ਓਲੇ ਕਰਕੇ ਉਹ ਕੁਝ ਵੀ ਲਿਖ ਸਕਦਾ ਹੈ। ਬਲਕਿ ਇੱਥੋਂ ਤੱਕ ਕਿ ਡਾਕਟਰ JS ਗਰੇਵਾਲ ਜਿਹੜੇ ਕਿ ਇਸ ਵੇਲੇ ਸਮਕਾਲੀਨ ਸਾਡੇ ਬਹੁਤ ਵੱਡੇ ਇਤਿਹਾਸ ਦੇ ਮਾਹਿਰ ਹਨ ਔਰ ਇਤਿਹਾਸ ਦੇ ਬਹੁਤ ਵੱਡੇ ਉਹਨਾਂ ਨੂੰ ਸਕਾਲਰ ਕਿਹਾ ਜਾ ਸਕਦਾ ਹੈ, ਉਹਨਾਂ ਨੇ ਜੋਜ਼ਫ ਡੇਵੀ ਕਨਿੰਗਮ ਦੀ ਕਿਤਾਬ ਦਾ ਬਹੁਤ ਵਿਸਥਾਰ ਸਹਿਤ ਵਿਸ਼ਲੇਸ਼ਣ ਕੀਤਾ ਹੈ ਕਿ ਉਸ ਦੀ ਇਤਿਹਾਸ ਦੀਆਂ ਖਾਸੀਅਤ ਕੀ ਹੈ। ਡਾਕਟਰ ਗਰੇਵਾਲ ਨੇ ਦੱਸਿਆ ਹੈ ਕਿ ਜੋਜ਼ਫ ਡੇਵੀ ਕਨਿੰਗਮ ਦੇ ਇਤਿਹਾਸ ਵਿੱਚ ਇਹ ਪਹਿਲਾ ਇਤਿਹਾਸਕਾਰ ਹੈ ਜਿਸ ਨੇ ਸਿੱਖਾਂ ਦੇ ਨਿਆਰੇਪਨ ਦੀ ਗੱਲ ਕੀਤੀ ਹੈ। ਉਸ ਨੇ ਬਹੁਤ ਹੀ ਸਪਸ਼ਟ ਰੂਪ ਵਿੱਚ ਲਿਖਿਆ ਹੈ ਕਿ ਸਿੱਖ, ਹਿੰਦੂ ਔਰ ਮੁਸਲਮਾਨ ਦੋਨਾਂ ਤੋਂ ਵੱਖਰੇ ਹਨ, ਇਹਨਾਂ ਦਾ ਨਿਆਰਾਪਨ ਹੈ। ਦੂਸਰੀ ਗੱਲ ਜਿਹੜੀ ਜੋਜ਼ਫ ਡੇਵੀ ਕਨਿੰਗਮ ਨੇ ਬਹੁਤ ਬਾਖੂਬੀ ਅੰਕਿਤ ਕੀਤੀ ਹੈ, ਉਹ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਵਿੱਚ ਕੋਈ ਫਰਕ ਨਹੀਂ ਹੈ, ਨਾ ਤਾਂ ਫਲਸਫੇ ਦੇ ਹਿਸਾਬ ਨਾਲ, ਨਾ ਉਹਨਾਂ ਦੀ ਨਜ਼ਰ ਦੇ ਹਿਸਾਬ ਨਾਲ, ਨਾ ਉਹਨਾਂ ਦੇ ਆਸ਼ੇ ਦੇ ਹਿਸਾਬ ਨਾਲ, ਨਾ ਉਹਨਾਂ ਦੇ ਉਦੇਸ਼ ਦੇ ਹਿਸਾਬ ਨਾਲ। ਇਸ ਤੋਂ ਇਲਾਵਾ ਸਿੱਖ ਮਰਿਆਦਾ, ਅਕਾਲੀ ਕੌਣ ਹਨ, ਨਿਹੰਗ ਸਿੰਘ ਕੌਣ ਹਨ, ਔਰ ਬਹੁਤ ਹੀ ਵਿਸਥਾਰ ਸਹਿਤ ਉਸ ਸਾਰੇ ਇਤਿਹਾਸ ਨੂੰ ਜੋਜ਼ਫ ਡੇਵੀ ਕਨਿੰਗਮ ਨੇ ਅੰਕਿਤ ਕੀਤਾ। ਜੋਜ਼ਫ ਡੇਵੀ ਕਨਿੰਗਮ ਕੌਣ ਸੀ, ਇਹ ਜਾਣਕਾਰੀ ਵੀ ਕਾਫੀ ਦਿਲਚਸਪ ਹੋਏਗੀ। 1812 ਦੇ ਵਿੱਚ ਜਨਮਿਆ, ਸਕਾਟਲੈਂਡ ਦੇ ਵਿੱਚ ਜਨਮਿਆ। ਮਿਸਟਰ ਐਲਨ ਦੇ ਦੋ ਬੇਟੇ ਸਨ, ਵੱਡੇ ਦਾ ਨਾਂ ਜੋਜ਼ਫ ਸੀ ਔਰ ਛੋਟੇ ਦਾ ਨਾਂ ਅਲੈਗਜ਼ੈਂਡਰ ਸੀ। ਜੋਜ਼ਫ, ਇਹਨਾਂ ਦਾ ਬਾਪ ਐਲਨ ਇੱਕ ਬਹੁਤ ਵੱਡਾ ਕਵੀ ਹੈ, ਜਿਹੜਾ ਮਸ਼ਹੂਰ ਕਵੀ ਹੈ। ਜੋਜ਼ਫ ਜਦੋਂ ਵੱਡਾ ਹੋਇਆ ਕਾਫੀ ਇੰਟੈਲੀਜੈਂਟ ਸੀ, ਇਹ ਬ੍ਰਿਟਿਸ਼ ਫੌਜ ਦੇ ਵਿੱਚ ਭਰਤੀ ਹੋ ਗਿਆ। ਹਿੰਦੁਸਤਾਨ ਵਿੱਚ ਇਸ ਦੀ ਡਿਊਟੀ ਲੱਗੀ ਔਰ ਇੱਕ ਕੈਪਟਨ ਦੇ ਅਹੁਦੇ ਤੇ ਸੀ ਔਰ ਇੱਥੇ ਉਹ 8 ਸਾਲ ਰਿਹਾ। ਇਸ 8 ਸਾਲ ਦੇ ਅਹੁਦੇ ਦੇ ਦੌਰਾਨ ਇੱਥੇ ਉਹ ਗਵਰਨਰ ਦੇ ਨਾਲ, ਗਵਰਨਰ ਜਨਰਲ ਦੇ ਨਾਲ ਔਰ ਵੱਖ-ਵੱਖ ਜਿਹੜੀਆਂ ਮੁਹਿੰਮਾਂ ਸੀ ਉਹਨਾਂ ਵਿੱਚ ਇਹ ਸ਼ਾਮਲ ਹੁੰਦਾ ਰਿਹਾ। ਜੇਕਰ ਅਫਗਾਨਿਸਤਾਨ ਦੇ ਅਮੀਰ ਹੈ, ਉਹਨਾਂ ਦੇ ਨਾਲ ਜਾਣਾ ਹੈ, ਲੁਧਿਆਣੇ ਦੇ ਵਿੱਚ ਕਮਿਸ਼ਨਰ ਦੇ ਰੂਪ ਵਿੱਚ, ਫਿਰ ਪੋਲੀਟੀਕਲ ਏਜੰਟ ਦੇ ਰੂਪ ਵਿੱਚ, ਫਿਰੋਜ਼
ਪੁਰ ਦੇ ਵਿੱਚ ਉੱਥੇ ਕਿਲੇ ਦੇ ਰੂਪ ਛਾਵਣੀ ਬਣਾਉਣ ਵਿੱਚ ਇਹ ਸਾਰੇ ਅਹੁਦਿਆਂ ਦੇ ਉੱਤੇ ਹੋ ਰਿਹਾ। ਔਰ ਸਭ ਤੋਂ ਵੱਡੀ ਗੱਲ, ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੁਲਾਕਾਤ ਗਵਰਨਰ ਜਨਰਲ ਨਾਲ ਹੋਈ ਤਾਂ ਇਹ ਵੀ ਉਹਦੇ ਵਿੱਚ ਸ਼ਾਮਲ ਸੀ। ਫਿਰ ਬਾਅਦ ਵਿੱਚ ਇਸ ਨੂੰ ਕਿਹਾ ਗਿਆ ਕਿ ਤੂੰ ਇੱਥੇ ਦੀ ਪੂਰੀ ਰਿਪੋਰਟ ਜਿਹੜੀ ਹੈ ਉਹ ਤਿਆਰ ਕਰ, ਇਹਦੇ ਕੋਲ ਸਾਰੇ ਕੌਨਫੀਡੈਂਸ਼ੀਅਲ ਰਿਕਾਰਡਸ ਔਰ ਜਿਹੜੀਆਂ ਵੀ ਉਹਦੀਆਂ ਰਿਪੋਰਟਾਂ ਸੀ ਉਹ ਇਸ ਦੇ ਕੋਲ ਮੌਜੂਦ ਸਨ। ਜੋਜ਼ਫ ਡੇਵੀ ਕਨਿੰਗਮ ਨੇ ਲੜਾਈ ਦੇ ਵਿੱਚ ਵੀ ਹਿੱਸਾ ਲਿਆ। ਅਲੀਵਾਲ ਔਰ ਬੱਦੋਵਾਲ ਦੀ ਜੰਗ ਦੇ ਵਿੱਚ, ਜਿਹੜੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਜਿਸ ਦੇ ਬਾਰੇ ਕਹਿੰਦੇ ਹੈ, ਉਹਦੇ ਵਿੱਚ ਇਹ ਸ਼ਾਮਲ ਵੀ ਸੀ। ਉਸ ਜੰਗ ਵਿੱਚ ਇਹ ਖੁਦ ਵੀ ਸ਼ਾਮਲ ਸੀ। ਉਹ ਸਾਰਾ ਕੁਝ ਇਸਨੇ ਦੇਖਿਆ ਔਰ ਸਾਰਾ ਕੁਝ ਲਿਖਿਆ। ਔਰ ਇਸ ਦੇ ਬਾਅਦ ਇਸ ਦੀ ਬਦਲੀ ਭੋਪਾਲ ਦੇ ਵਿੱਚ ਪੋਲੀਟੀਕਲ ਏਜੰਟ ਦੇ ਰੂਪ ਵਿੱਚ ਹੋ ਗਈ। ਜਦੋਂ ਇਸਨੇ ਸਿੱਖ ਇਤਿਹਾਸ 1848 ਦੇ ਵਿੱਚ ਲਿਖਿਆ, ਪਹਿਲੀ ਛਾਪ 1848 ਵਿੱਚ ਜੋਜ਼ਫ ਡੇਵੀ ਕਨਿੰਗਮ ਦੀ ਕਿਤਾਬ ਛਪੀ ਔਰ ਉਸ ਦੇ ਵਿੱਚ ਉਸਨੇ ਬੜੀ ਬੇਬਾਕੀ ਦੇ ਨਾਲ ਇਹ ਲਿਖਿਆ ਕਿ ਅੰਗਰੇਜ਼ ਲੜਾਈ ਜਿੱਤੇ ਨਹੀਂ ਬਲਕਿ ਧੋਖੇ ਦੇ ਨਾਲ ਲਾਲ ਸਿੰਘ, ਤੇਜ ਸਿੰਘ, ਗੁਲਾਬ ਸਿੰਘ ਡੋਗਰਿਆਂ ਦੀ ਗਦਾਰੀ ਦੇ ਕਰਕੇ ਅੰਗਰੇਜ਼ਾਂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ, ਉਹਦੇ ਕਰਕੇ ਇਹ ਲੜਾਈ ਜਿੱਤ ਗਏ, ਨਹੀਂ ਤਾਂ ਅੰਗਰੇਜ਼ ਹਾਰ ਚੁੱਕੇ ਸੀ। ਇਹ ਜਦੋਂ ਇਸ ਤਰ੍ਹਾਂ ਦੀ ਉਸਨੇ ਇਬਾਰਤ ਲਿਖੀ, ਇਹ ਤਾਂ ਇਸੇ ਤਰ੍ਹਾਂ ਹੋ ਗਿਆ ਜੇ ਕੋਈ ਕਵੇ ਕਿ ਬਲੂ ਸਟਾਰ ਦੇ ਸਾਕੇ ਦਾ ਵਰਣਨ ਕੋਈ ਜਨਰਲ ਕਰੇ ਔਰ ਉਹਦੇ ਵਿੱਚ ਉਹ ਸਾਰੇ ਤੱਥ ਉਹ ਜ਼ਾਹਿਰ ਕਰ ਦੇਵੇ ਜਿਹੜੇ ਕਿ ਹਕੂਮਤ ਨੂੰ ਚੰਗੇ ਨਾ ਲੱਗਣ। ਹਕੂਮਤ ਨੂੰ ਉਹ ਗੱਲ ਚੰਗੀ ਨਾ ਲੱਗੀ ਔਰ ਵੈਰਨ ਹੈਸਟਿੰਗਸ ਨੇ ਇਸ ਨੂੰ ਡਿਸਮਿਸ ਕਰ ਦਿੱਤਾ ਜਦੋਂ ਇਹ ਮੇਰਠ ਦੇ ਵਿੱਚ ਪੋਸਟਡ ਸੀ। ਔਰ ਉਸ ਸਦਮੇ ਨੂੰ, ਹਾਲਾਂ ਇਸ ਦੀ ਉਮਰ ਸਿਰਫ 40 ਸਾਲ ਸੀ, ਉਹ ਸਿੱਖ ਇਤਿਹਾਸ ਲਿਖਣ ਕਰਕੇ ਇਹਦੋਂ ਹਾਰਟ ਫੇਲ ਹੋ ਗਿਆ ਔਰ ਦਿਲ ਦਾ ਦੌਰਾ ਪੈਣ ਨਾਲ ਇਸ ਦੀ ਮੌਤ ਹੋ ਗਈ। ਸੋ ਮੁਖਤਸਰ ਇਹ ਹੈ ਕਿ ਸਿੱਖ ਇਤਿਹਾਸ ਲਿਖਣ ਕਰਕੇ, ਸਿੱਖ ਇਤਿਹਾਸ ਕਰਕੇ ਇਸ ਨੂੰ ਆਪਣੀ ਜਾਨ ਦੀ ਬਲੀ ਦੇਣੀ ਪਈ। ਇੱਕ ਵਕਫੇ ਦੇ ਬਾਅਦ ਮੁੜ ਹਾਜ਼ਰ ਹੁੰਨੇ ਆ ਇਸ ਬਹੁਤ ਅਹਿਮ ਮਸਲੇ ਦੇ ਉੱਤੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਿਆਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਜਿਵੇਂ ਤੁਹਾਨੂੰ ਦੱਸ ਰਹੇ ਸੀ, ਅਗਰ ਸਿੱਖ ਇਤਿਹਾਸ ਦੀ ਕੋਈ ਸਭ ਤੋਂ ਅਹਿਮ ਪੁਸਤਕ ਹੈ ਜਿਸ ਨੂੰ ਕਿਸੇ ਇਤਿਹਾਸਕਾਰ ਨੇ ਉਸ ਨੂੰ ਦਰਕਿਨਾਰ ਕਰਨ ਜਾਂ ਉਸ ਨੂੰ ਇਗਨੋਰ ਕਰਨ ਦੀ ਕਦੇ ਵੀ ਹਿੰਮਤ ਨਹੀਂ ਕੀਤੀ, ਉਹ ਹੈ ਜੋਜ਼ਫ ਡੇਵੀ ਕਨਿੰਗਮ ਦੀ ਉਹ ਕਿਤਾਬ, ਜਿਹੜੀ ਕਿ ਜਿਸ ਦੀ ਵਜ੍ਹਾ ਕਰਕੇ ਉਸ ਨੂੰ ਆਪਣੀ ਜਾਨ ਦੀ ਆਹੂਤੀ ਵੀ ਦੇਣੀ ਪਈ। ਉਹ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਖਾਲਸੇ ਦੀ ਸਿਰਜਣਾ ਦਾ 300 ਸਾਲਾ ਮਨਾਇਆ ਜਾ ਰਿਹਾ ਸੀ ਤਾਂ ਉਹਨਾਂ ਨੇ ਨਿਰਣਾ ਕੀਤਾ ਕਿ 300 ਪੁਸਤਕਾਂ ਜਿਹੜੀਆਂ ਸਰੋਤ ਪੁਸਤਕਾਂ ਹਨ, ਜਿਨ੍ਹਾਂ ਸੋਰਸ ਬੁੱਕਸ ਹਨ, ਉਹ ਤਾਂ ਕਿ ਰਿਸਰਚ ਸਕਾਲਰਸ ਲਈ ਆਉਣ ਵਾਲੇ ਸਮੇਂ ਲਈ ਉਹ ਪੁਸਤਕਾਂ ਜਾਰੀ ਕੀਤੀਆਂ ਜਾਣ, ਜਿਨ੍ਹਾਂ ਵਿੱਚ ਕਾਫੀ ਪੁਰਾਣੀਆਂ ਕਿਤਾਬਾਂ ਦੇ ਵਿੱਚ ਇਹ ਵੀ ਪੁਸਤਕ ਸੀ ਔਰ ਚੌਕੇ ਇਹ ਮੂਲ ਰੂਪ ਵਿੱਚ ਅੰਗਰੇਜ਼ੀ ਵਿੱਚ ਸੀ। ਇਹਦਾ ਤਰਜਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ। ਤਰਜਮਾ ਕਰਨ ਵਾਲਾ ਜੋ ਹੈ ਉਹ ਉਸ ਦਾ ਹੂ ਬਹੂ ਤਰਜਮਾ ਕਰ ਸਕਦਾ ਹੈ, ਉਹਦੇ ਵਿੱਚ ਆਪਣੇ ਵੱਲੋਂ ਨਾ ਕੁਝ ਐਡ ਕਰ ਸਕਦਾ ਹੈ ਨਾ ਡਿਲੀਟ ਕਰ ਸਕਦਾ ਹੈ। ਉਹ ਜਿਹੜਾ ਤਰਜਮਾ ਕੀਤਾ ਗਿਆ, ਪਰ ਉਸ ਦੇ ਵਿੱਚ ਕੋਈ ਵੀ ਐਸੀ ਕਿਤਾਬ ਨਹੀਂ ਹੁੰਦੀ ਜਿਹਦੇ 'ਚ ਕੋਈ ਨਾ ਕੋਈ ਐਸੇ ਲਫ਼ਜ਼ ਹੋਣ, ਪਰ ਉਸ ਦੇ ਉੱਤੇ ਇਤਨਾ ਵੱਡਾ ਬਾਵੇਲਾ ਬਣਾ ਕੇ ਉਸ ਨੂੰ ਪੇਸ਼ ਕਰ ਦਿੱਤਾ ਗਿਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਸਟੈਂਡ ਵੀ ਸ਼ਾਇਦ ਉਸ ਹਵਾ ਦੇ ਬੁੱਲੇ ਵਿੱਚ ਕੁਝ ਲੜਖੜਾਂਦਾ ਨਜ਼ਰ ਆਇਆ। ਉਹ ਕਿਤਾਬ ਜਿਹੜੀ ਸੀ ਰੋਕ ਦਿੱਤੀ ਗਈ। ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ, ਉਹ ਸਾਡੇ ਨਾਲ ਲਾਈਨ ਤੇ ਹਨ ਔਰ ਇਸ ਦੇ ਬਾਰੇ ਉਹਨਾਂ ਨਾਲ ਗੱਲ ਕਰਾਂਗੇ। ਪ੍ਰਧਾਨ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਧਾਨ ਸਾਹਿਬ, ਜਿੰਨੀਆਂ ਵੀ ਕੋਈ ਵੀ ਪੁਸਤਕਾਂ ਹੁੰਦੀਆਂ, ਜੇ ਭਾਵੇਂ ਅਸੀਂ ਸੂਰਜ ਪ੍ਰਕਾਸ਼ ਲੈ ਲਈਏ, ਪੰਥ ਪ੍ਰਕਾਸ਼ ਲੈ ਲਈਏ, ਜਨਮ ਸਾਖੀਆਂ ਲੈ ਲਈਏ, ਮਹਿਮਾ ਪ੍ਰਕਾਸ਼ ਲੈ ਲਈਏ, ਹੂ ਬਹੂ ਉਹਨਾਂ ਸਾਰਿਆਂ ਨੂੰ ਨਹੀਂ ਅਸੀਂ ਪੇਸ਼ ਕਰ ਸਕਦੇ। ਵਿੱਚੋਂ ਕੁਝ ਨਾ ਕੁਝ ਜਿਹੜੇ ਹੈ ਉਹ ਨੋਟ ਦੇਣੇ ਪੈਂਦੇ ਹੈ। ਜਿਵੇਂ ਤੁਸੀਂ ਹੁਣ ਇੱਕ ਬੜਾ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਹੈ
ਸੂਰਜ ਪ੍ਰਕਾਸ਼ ਦਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਡਾਕਟਰ ਕਿਰਪਾਲ ਸਿੰਘ ਜੀ ਉਹਦਾ ਕਰ ਰਹੇ ਹੈ, ਉਹ ਫੁੱਟਨੋਟਸ ਦੇ ਨਾਲ ਬਣਾ ਕੇ ਦੁਬਾਰਾ ਛਾਪ ਰਹੇ ਹੋ, ਕੁਝ ਪੋਥੀਆਂ ਛਪ ਗਈਆਂ। ਇਸ ਕਿਤਾਬ ਦਾ ਰੋਲਾ ਕਿਉਂ ਪਿਆ ਹੈ? ਜੇਕਰ ਇਹ ਟਰਾਂਸਲੇਸ਼ਨ ਹੈ, ਇਹ ਉਹਦਾ ਤਰਜਮਾ ਹੈ, ਨਾ ਕਿ ਤੁਸੀਂ ਇਸ ਨੂੰ ਛਾਪਿਆ ਜਾਂ ਤੁਸੀਂ ਲਿਖਵਾਇਆ, ਹਾਂਜੀ। ਇਹ ਕਿਉਂ ਰੋਲਾ ਪੈ ਗਿਆ? ਦੇਖੋ, ਮੈਂ ਤਾਂ ਇਹ ਸਮਝਦਾ ਵੀ ਕੁਝ ਲੋਕਾਂ ਨੇ, ਸਵਾਰਥੀ ਲੋਕਾਂ ਨੇ ਇਸ ਮਸਲੇ ਨੂੰ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਲਈ ਜੀ ਇਹਦਾ ਵਾਵਰੇਲਾ ਜਿਹੜਾ ਇਹ 2007 ਦੇ ਵਿੱਚ ਸ਼ੁਰੂ ਕੀਤਾ ਸੀ ਜੀ। ਔਰ 2007 ਦੇ ਵਿੱਚ ਕਿਉਂਕਿ ਕਿਤਾਬ ਦਾ ਜਿਹੜਾ ਅਨੁਵਾਦ ਹੈ ਹਿੰਦੀ 'ਚ ਜੀ, ਇਹ 1998 ਵਿੱਚ ਛਪਿਆ ਸੀ ਜੀ। ਉਹਦੇ ਪ੍ਰਧਾਨ ਸਾਹਿਬਾਂ ਨੇ ਅਰਜ਼ ਕੀਤਾ ਸੀ, ਕਿਉਂਕਿ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਖਾਲਸੇ ਦੀ 30ਵੀਂ ਸ਼ਤਾਬਦੀ ਮਨਾਈ ਜਾ ਰਹੀ ਸੀ, ਖਾਲਸਾ ਜੀ ਦੇ ਸਥਾਪਨਾ ਦਿਵਸ ਦੀ ਜੀ। ਔਰ ਉਹਦੇ ਸੰਬੰਧ ਵਿੱਚ ਇਹਨਾਂ ਨੇ 300 ਕਾਪੀ ਛਾਪਣੀ ਕੀਤੀ ਹਿੰਦੀ ਦੇ ਵਿੱਚ ਜੀ। ਉਹ ਛਪ ਗਈ। ਛਾਪਣ ਤੋਂ ਬਾਅਦ ਇਹ 99 ਵੀ ਲੰਘ ਗਿਆ, 2000 ਵੀ ਲੰਘ ਗਿਆ, 1 2 3 4 5 ਵੀ ਲੰਘ ਗਿਆ ਜੀ। 6 ਤੇ 7 ਦੇ ਵਿੱਚ ਇਹ ਕਿਸੇ ਅਖਬਾਰ ਨੇ ਜਾ ਕੇ ਜੀ ਇਹਦੇ ਬਾਰੇ ਆਪਣੇ ਆਪ ਨੂੰ ਮੈਂ ਸਮਝਦਾ ਕਿ ਆਪਣੀ ਅਮੀਅਤ ਵਧਾਉਣ ਲਈ ਜੀ ਇਸ ਸਿੱਖ ਪਾਸੇ ਵਿੱਚ ਬਖੇੜਾ ਖੜਾ ਕਰਨ ਲਈ ਉਹਨੇ ਇਹਦੇ ਬਾਰੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਲਈ ਇਹਦੇ ਬਾਰੇ ਜੀ ਅਖਬਾਰਾਂ ਦੇ ਵਿੱਚ ਛਾਪ ਦਿੱਤਾ ਜੀ। ਉਸ ਤੋਂ ਬਾਅਦ ਉਸ ਸਮੇਂ ਦੀ ਜਿਹੜੀ ਦਿੱਲੀ ਕਮੇਟੀ ਸੀਗੀ ਉਹ ਵੀ ਕਿਉਂਕਿ ਪੰਥ ਦੀਆਂ ਬੰਦੇਰੀਆਂ ਜਿਹੜੀਆਂ ਪੰਥ ਵੀ ਫੁੱਟ ਪਾਉਂਦੀਆਂ ਸੇਵਾਵਾਂ ਕਰ ਰਹੀ ਸੀ, ਉਹਨੇ ਵੀ ਇਸ ਗੱਲ ਨੂੰ ਚੁੱਕ ਕੇ ਉਹਨੇ ਵੀ ਅਖਬਾਰਾਂ ਦੇ ਵਿੱਚ ਇਹਦਾ ਜਿਹੜਾ ਸਾਰਾ ਸੀ ਉਹ ਇੱਕਦਮ ਅਖਬਾਰੇ ਲਖੜਾ ਕਰਤਾ। ਮੈਂ ਸਮਝਦਾ ਦੇਖੋ, ਮੈਂ ਪਹਿਲੀ ਵਾਰ 2004 ਦੇ ਵਿੱਚ ਮੈਂਬਰ ਬਣਿਆ। 23 ਨਵੰਬਰ 2005 ਨੂੰ ਮੈਨੂੰ 1 ਸਾਲ ਹੋਇਆ ਸੀ ਮੈਂਬਰ ਬਣਿਆ। ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਪ੍ਰਾਪਤ ਹੋਈ ਸਤਿਗੁਰੂ ਦੀ ਕਿਰਪਾ ਨਾਲ। ਔਰ ਮੈਂ ਕੋਈ ਇੱਕ ਕਿਤਾਬ ਪੜ੍ਹੀ ਤਾਂ ਹੈ ਨਹੀਂ ਸੀ, ਲੇਕਿਨ ਮੈਨੂੰ ਇਹ ਪਤਾ ਹੈ ਕਿ ਅੱਜ ਮੈਂ ਕਹਿ ਸਕਦਾ ਕਿ ਇਹ ਇੱਕ ਇਤਿਹਾਸ ਦਾ ਬੜਾ ਵੱਡਾ ਸਰੋਤ ਹੈ ਕਲਿੰਗਮ ਦੀ ਕਿਤਾਬ ਜਿਹੜੀ ਹੈ ਜੀ। ਔਰ ਅਸੀਂ ਉਹ ਕਿਉਂਕਿ ਇਹਨਾਂ ਨੂੰ ਵਾਵਰੇ ਦਾ ਖੜਾ ਕਰਤਾ ਇਹਨਾਂ ਲੋਕਾਂ ਨੇ, ਪੰਥ ਦੁਖੀ ਲੋਕਾਂ ਨੇ, ਕਿ ਅਸੀਂ ਫੌਜੀ ਤੌਰ ਤੇ ਉਹਦੀ ਕਮੇਟੀ ਬਣਾਈ, 5 ਮੈਂਬਰੀ ਕਮੇਟੀ ਬਣਾ ਕੇ ਉਹਨਾਂ ਦੇ ਦੇਖਿਆ ਤੇ ਅਸੀਂ ਕਿ ਜਨਰਲ ਹਾਊਸ ਦੇ ਵਿੱਚ ਜਿਹੜਾ ਜੀ ਇਹਨੂੰ ਅਸੀਂ ਕਿਤਾਬ ਨੂੰ ਵਾਪਸ ਲੈ ਲਿਆ ਜੀ। ਕਿਉਂਕਿ ਮੈਂ ਸਮਝਦਾ ਅੱਜ ਮੈਂ ਕਹਿ ਸਕਦਾ ਕਿ ਉਹ ਕਿਤਾਬ ਦੇ ਜਦੋਂ ਉਹਦਾ ਅਨੁਵਾਦ ਕੀਤਾ ਗਿਆ ਸੀ ਉਹਦੇ ਵਿੱਚ ਉਹਦਾ ਫੋਟੋ ਨੋਟ ਦਿੱਤਾ ਜਾਣਾ ਚਾਹੀਦਾ ਸੀ ਜੀ ਜੀ। ਕਿਉਂਕਿ ਉਹਦੇ ਵਿੱਚ ਜਿਹੜਾ ਅਨੁਵਾਦ ਕੀਤਾ ਗਿਆ ਉਸ 'ਚ ਲਿਖਿਆ ਨਹੀਂ ਗਿਆ ਇਹਦਾ ਰਾਈਟਰ ਕੌਣ ਹੈ ਜੀ ਜੀ। ਔਰ ਉਹ ਫੋਟੋ ਨੋਟ ਦਿੱਤਾ ਜਾਣਾ ਚਾਹੀਦਾ ਸੀ ਵੀ ਇਹ ਕਿਤਾਬ ਜਿਹੜੀ ਹੈ ਇਹ ਕਨਿੰਗਮ ਦੀ ਹੈ ਔਰ ਜੋ ਕੁਛ ਇਹਦੇ ਵਿੱਚ ਲਿਖਿਆ ਉਹ ਕਨਿੰਗਮ ਦਾ, ਜਿਹੜੀਆਂ ਸਰੋਤ ਬੁੱਕਸ ਹੁੰਦੀਆਂ ਉਹਦੀ ਜੋ ਓਰੀਜਨੈਲਿਟੀ ਹੁੰਦੀ ਹੈ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ। ਮੈਂ ਸਮਝਦਾ ਇਸ ਗੱਲ ਨੂੰ ਜੀ। ਉਹ ਰਾਈਟਰ ਦੀ ਪੱਖ ਤੋਂ ਆਪਣੇ ਮੁਤਾਬਕ ਉਹਨੇ ਉਹ ਇਤਿਹਾਸ ਨੂੰ ਲਿਖਿਆ ਹੁੰਦਾ ਔਰ ਜਿਹੜਾ ਇਤਿਹਾਸ ਅੱਗੋਂ ਰੀਰਾਈਟ ਹੁੰਦਾ, ਚਾਹੇ ਦੀ ਕੋਈ ਵਰਸ਼ਨ ਹੁੰਦੀ ਹੈ ਜਾਂ ਇਹਦਾ ਅਨੁਵਾਦ ਹੁੰਦਾ, ਉਹ ਜਿਹੜਾ ਉਹਦਾ ਅਨੁਵਾਦ ਕਰ ਰਿਹਾ ਹੁੰਦਾ ਇਹ ਉਹਦੇ ਮੁਤਾਬਕ ਹੁੰਦਾ। ਔਰ ਲੇਕਿਨ ਜਦੋਂ ਅਨੁਵਾਦ ਕਰਦਾ ਉਹਦੇ ਵਿੱਚ ਉਹ ਜਿਹੜੀ ਓਰੀਜਨੈਲਿਟੀ ਹੁੰਦੀ ਹੈ ਇਤਿਹਾਸ ਦੀ, ਜਿਸ ਰਾਈਟਰ ਦੀ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦਾ। ਹਾਂਜੀ, ਕਿਸੇ ਅੱਖਾਂ ਨੂੰ ਇੱਧਰ ਉੱਧਰ ਨਹੀਂ ਕਰ ਸਕਦਾ। ਲੇਕਿਨ ਸਿੰਪਲ ਚਾਹੀਦਾ ਤਾਂ ਇਹ ਸੀ ਕਿ ਫੋਟੋ ਨੋਟ ਦਿੱਤਾ ਜਾਂਦਾ। ਇੱਕ ਨਹੀਂ ਗੱਲ ਨਹੀਂ ਸੀ। ਸ਼੍ਰੋਮਣੀ ਕਮੇਟੀ ਦਾ ਇੰਨਾ ਕਸੂਰ ਹੈ ਕਿ ਉਹ ਫੋਟੋ ਨੋਟ ਨਹੀਂ ਦਿੱਤਾ ਤੇ ਜਿਹੜੇ ਇਹ ਪੰਥ ਦੁਖੀ ਸੀ ਇਹਨਾਂ ਨੂੰ ਮੌਕਾ ਮਿਲ ਗਿਆ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਨੂੰ ਬਦਨਾਮ ਕਰਨ ਦਾ। ਬਲਕਿ ਉਸ ਬਦਨਾਮ ਸ਼੍ਰੋਮਣੀ ਕਮੇਟੀ ਨੂੰ ਇਹ ਨਹੀਂ ਕਰਨ ਦਾ ਯਤਨ ਕੀਤਾ ਉਹਨਾਂ ਨੇ ਜਦੋਂ ਮੈਂ ਅਜੇ ਨਵਾਂ ਹੀ ਪ੍ਰਧਾਨ ਬਣਿਆ ਸੀ, ਮੇਰੇ ਤੋਂ ਅਸਤੀਫਾ ਦੇ ਦਿਓ ਜੀ, ਇਹ ਜ਼ਿੰਮੇਵਾਰ ਹੈ ਜੀ, ਇਹ ਫਲਾਣਾ ਹੈ ਜੀ, ਇਹ ਟਿਮਕੜਾ ਜੀ, ਪਰਸਨਲ ਅਟੈਕ ਕਿਸੇ ਦੇ ਕਰਦਾ ਇਸ ਤਰ੍ਹਾਂ ਮਾਹੌਲ ਉਹਨਾਂ ਨੇ ਪੈਦਾ ਕੀਤਾ। ਅੱਛਾ ਪ੍ਰਧਾਨ, ਸਮਝਿਆ ਕਿ ਜਦ ਇਹ ਗੱਲ ਮੁੱਕ ਚੁੱਕੀ ਹੈ ਕਿ ਉਹ ਕਿਤਾਬ ਕਨਿੰਗਮ ਦੀ ਸੀ ਔਰ ਰੈਫਰੈਂਸ ਬੁੱਕ ਹੈਗੀ ਹੈ ਔਰ ਮੈਂ ਇਹ ਵੀ ਸਮਝਦਾ ਕਿ ਕਨਿੰਗਮ ਨੇ ਜਿਹੜਾ ਇਤਿਹਾਸ ਲਿਖਿਆ ਉਹਦੇ ਪਿੱਛੇ ਉਹਨੂੰ ਬੜੀ ਵੱਡੀ ਕੁਰਬਾਨੀ ਦੇਣੀ ਪਈ ਹੈ ਔਰ ਉਹਨੂੰ ਸਿੱਖ ਇਤਿਹਾਸਕਾਰ ਵਜੋਂ ਵੀ ਜਾਣਿਆ ਜਾਂਦਾ ਹੈ। ਲੇਕਿਨ ਫਿਰ ਵੀ ਅੱਜ ਫਿਰ ਇੱਕ ਚੈਨਲ ਨੇ ਜਿਹੜਾ ਆਪਣੇ ਆਪ ਨੂੰ ਬੜਾ ਵੱਡਾ ਚੈਨਲ ਸਮਝਦਾ ਹੈ, ਉਹ ਚੈਨਲ ਨੇ ਇੱਕ ਭਾਈ ਬਲਦੇਵ ਸਿੰਘ ਨਾਲ ਦੇ ਬੰਦੇ ਨੂੰ ਬੁਲਾ ਕੇ ਉਹਦੀ ਇੰਟਰਵਿਊ ਲੈ ਕੇ ਅੱਜ 5-6 ਸਾਲਾਂ ਬਾਅਦ ਉਹਨੂੰ YouTube ਤੇ ਪਾਤਾ ਔਰ ਫਿਰ ਬਾਬੇ ਦਾ
ਖੜਾ ਕਰ ਦਿੱਤਾ। ਅੱਛਾ। ਮੈਂ ਸਮਝਦਾ ਇਹ ਬਿਲਕੁਲ ਇਹ ਮਾਮਲੇ ਦਾ ਸਿਰਫ ਪੰਥ ਲੋਕੀਆਂ ਵੱਲੋਂ ਪੰਥ ਦੀ ਇਸ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਜਿਹਦੇ ਉਹ ਕਈ ਮੈਂਬਰ ਪਿੰਡ ਦੇ ਮੈਂਬਰ ਵੀ ਨਹੀਂ ਬਣ ਸਕਦੇ ਪੰਚਾਇਤ ਦੇ, ਉਹਨੂੰ ਬਦਨਾਮ ਕਰਨ ਲਈ ਔਰ ਉਹਦੇ ਨਾਂ ਨੂੰ ਢਾਹ ਲਾਉਣ ਲਈ, ਸਿੱਖਾਂ ਦੇ ਵਿੱਚ ਇੱਕ ਭੁਲੇਖਾ ਪੈਦਾ ਕਰਨ ਲਈ ਔਰ ਮੈਂ ਸਮਝਦਾ ਕਿ ਸਿੱਖ ਲੀਡਰਸ਼ਿਪ ਨੂੰ ਬਦਨਾਮ ਕਰਨ ਲਈ ਚਾਹੇ ਸਾਈਂ ਸਾਹਿਬ ਨੇ, ਚਾਹੇ ਸਿੱਖ ਲੀਡਰਸ਼ਿਪ ਹੈ ਬਾਦਲ ਸਾਹਿਬ ਵਰਗੇ ਨੇ, ਚਾਹੇ ਸ਼੍ਰੋਮਣੀ ਕਮੇਟੀ ਹੈ, ਉਹਨੂੰ ਬਦਨਾਮ ਕਰਨ ਲਈ ਇਹ ਜਿਹੜਾ ਚੈਨਲ ਜਿਹੜਾ ਇਹਨੇ ਇਸ ਬੰਦੇ ਨੂੰ ਵਰਤਿਆ ਔਰ ਵਰਤ ਕੇ ਇਹਨੇ ਸਿੱਖਾਂ ਦੇ ਵਿੱਚ ਬਦਨਾਮੀ ਦਾ ਇਹ ਬਾਇਸ ਬਣਿਆ, ਕੌਮ ਲਈ ਬਦਨਾਮੀ ਦਾ ਬਾਇਸ ਬਣਿਆ। ਇੰਨੀ ਵੱਡੀ ਸੰਸਥਾ ਜਿਹੜੀ ਮਹਾਨ ਸ਼ਹੀਦੀਆਂ ਤੋਂ ਬਾਅਦ ਬਣੀ ਹੈ ਉਹਨੂੰ ਬਦਨਾਮ ਕਰਨ ਦਾ ਬਾਇਸ ਬਣਿਆ। ਸਿੱਖ ਲੀਡਰਸ਼ਿਪ ਜਿਹੜੀ ਸਥਾਪਿਤ ਹੋ ਚੁੱਕੀ ਹੈ ਔਰ ਮੈਂ ਕਹਿ ਸਕਦਾ ਦਾਅਵੇ ਨਾਲ ਕਿ ਇਸ ਸੰਸਾਰ ਦੇ ਵਿੱਚ ਜੇਕਰ ਕੋਈ ਸਿੱਖ ਲੀਡਰਸ਼ਿਪ ਹੈ ਤਾਂ ਉਹੀ ਲੀਡਰਸ਼ਿਪ ਹੈ ਜਿਹਦਾ ਨਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈ। ਪ੍ਰਧਾਨ ਸਾਹਿਬ ਮੈਂ ਇੱਕ ਸਵਾਲ ਸਥਾਪਿਤ ਲੀਡਰਸ਼ਿਪ ਨੂੰ ਬਦਨਾਮ ਕਰਨ ਦੀ ਕੁਝ ਹੀ ਔਰ ਜਿਹੜੀ ਹਰਕਤ ਹੈ ਸਿੰਘ ਸਾਹਿਬਾਨ ਨੂੰ ਅਕਾਲ ਤਖ਼ਤ ਦੇ ਜਥੇਦਾਰ ਸਾਹਿਬਾਨ ਦੇ ਖਿਲਾਫ ਇਸ ਤਰ੍ਹਾਂ ਦੀ ਗੱਲਬਾਤ ਕਰਨੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਖਿਲਾਫ ਗੱਲ ਕਰਨੀ, ਸਮਝਦਾ ਕਿ ਸਿਰਫ ਇਹ ਕੌਮ ਦੇ ਵਿੱਚ ਬੜਾ ਵੱਡਾ ਭੁਲੇਖਾ ਔਰ ਬਹੁਤ ਵੱਡਾ ਇਹਨਾਂ ਲੋਕਾਂ ਨੇ ਗੁਨਾਹ ਕੀਤਾ। ਇਹੋ ਜਿਹੀਆਂ ਜਿਹੜੀਆਂ ਇੰਟਰਵਿਊ ਛਾਪ ਕੇ YouTube ਤੇ ਪਾ ਕੇ ਦੁਨੀਆ ਵਿੱਚ ਭੁਲੇਖਾ ਪਾਉਂਦਾ। ਪ੍ਰਧਾਨ ਸਾਹਿਬ ਇਹਦੇ 'ਚ ਇੱਕ ਛੋਟਾ ਜਿਹਾ ਸਵਾਲ ਹੈ ਕਿ ਇਹ ਕਿਤਾਬ 1848 ਵਿੱਚ ਜੋਜ਼ਫ ਡੇਵੀ ਕਨਿੰਗਮ ਨੇ ਖੁਦ ਛਪਵਾਈ ਔਰ 2 ਸਾਲਾਂ ਦੇ ਬਾਅਦ ਉਹਦਾ ਦੂਜਾ ਐਡੀਸ਼ਨ ਵੀ ਆਇਆ ਔਰ ਉਸ ਦੇ ਬਾਅਦ ਅੱਜ ਤੱਕ ਘੱਟੋ ਘੱਟ ਇਹਦੀਆਂ 500 ਵੱਖਰੇ ਵੱਖਰੇ ਪਬਲਿਸ਼ਰਸ ਜਿਹੜੇ ਸਤਿਕਾਰਤ ਹੈਗੇ ਆ ਉਹਨਾਂ ਨੇ ਛਾਪੇ, ਜਿਨ੍ਹਾਂ ਵਿੱਚ ਸਰਦਾਰ ਪਤਵੰਤ ਸਿੰਘ ਵਰਗੇ ਵੀ ਹੈ ਔਰ ਡਾਕਟਰ ਸੰਗਤ ਸਿੰਘ ਨੇ ਜਿਹੜੀ ਆਪਣੀ ਸਿੱਖ ਇਤਿਹਾਸ ਦੀ ਕਿਤਾਬ ਲਿਖੀ, ਉਹਨਾਂ ਨੇ ਡੇਵਿਡ ਕਨਿੰਗਮ ਨੂੰ ਉਹਨਾਂ ਨੇ ਸਮਰਪਿਤ ਕੀਤੀ। ਖੁਸ਼ਵੰਤ ਸਿੰਘ ਤੋਂ ਲੈ ਕੇ ਹਰ ਇਤਿਹਾਸਕਾਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਵੀ ਇਸ ਕਿਤਾਬ ਦੇ ਹਵਾਲੇ ਦਿੱਤੇ ਹੈ ਤੇ ਇਹ ਕਿਤਾਬ 1848 ਵਿੱਚ ਲਿਖੀ ਗਈ, ਪਰ ਹੁਣ ਉਹ ਕੁਝ ਲੋਕ ਇਹ ਕਹਿ ਰਹੇ ਹੈ ਕਿ ਇਹ RSS ਨੇ 2002 ਦੇ ਵਿੱਚ ਇਹ ਕਿਤਾਬ ਲਿਖਵਾਈ ਹੈ, ਇਹਦਾ ਲਿਖਾਰੀ RSS ਹੈ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਮੈਂ ਕਹਿੰਦਾ ਜੀ ਸਿੱਖ ਲੀਡਰਸ਼ਿਪ ਦੇ ਬਾਰੇ ਜਿਹੜੇ ਪੰਥ ਲੋਕੀ ਨੇ ਜਿਨ੍ਹਾਂ ਦੀ ਕੋਈ ਪਛਾਣ ਨਹੀਂ ਰਹਿ ਗਈ, ਕੋਈ ਅਹਿਮੀਅਤ ਨਹੀਂ ਰਹਿ ਗਈ। ਹੁਣ 1 ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਜੀ, ਇਹਨਾਂ ਨੂੰ ਲੋਕਾਂ ਨੇ ਮੂੰਹ ਤੱਕ ਨਹੀਂ ਲਾਇਆ। 170 ਸੀਟਾਂ ਦੇ ਵਿੱਚੋਂ ਜਿਹੜੇ ਵਿਚਾਰੇ ਇੱਕ ਕੱਲ ਸੀਟ ਵੀ ਨਹੀਂ ਜਿੱਤ ਸਕੇ, ਜਿਨ੍ਹਾਂ ਦੀਆਂ ਜ਼ਮਾਨਤਾਂ ਨਹੀਂ ਬਚ ਸਕੀਆਂ, ਜਿੰਨੇ ਆਪੋਜੀਸ਼ਨ ਕੈਂਡੀਡੇਟ ਸੀਗੇ ਸਾਰਿਆਂ ਦੀ ਜ਼ਮਾਨਤਾਂ ਜ਼ਬਤ ਹੋਈਆਂ। ਹੁਣ ਦਿੱਲੀ ਦੀ ਇਲੈਕਸ਼ਨ ਹੋਈ ਹੈ, ਸਮੁੱਚੇ ਸਿੱਖ ਪੰਥ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾ ਕੇ ਉੱਥੇ ਪ੍ਰਬੰਧ ਸੌਂਪਾ ਕੀਤਾ। ਇਹੋ ਜਿਹੇ ਲੋਕ, ਬਦਨਾਮ ਲੋਕ, ਇਹੋ ਜਿਹੇ ਲੋਕ ਜਿਹਨਾਂ ਨੂੰ ਸਿੱਖ ਪੰਥ ਨੇ ਕਦੀ ਮੂੰਹ ਤੱਕ ਨਹੀਂ ਲਾਇਆ, ਜਿਹੜੇ ਘਰ ਦੇ ਆਗੂ ਨਹੀਂ ਬਣ ਸਕੇ, ਉਹਨਾਂ ਲੋਕਾਂ ਦੇ ਮੂੰਹ 'ਚ ਇਹ ਗੱਲ ਪਾ ਕੇ ਐਡੀ ਵੱਡੀ ਚੁਣੌਤੀ ਦੇਣੀ, ਐਡੇ ਵੱਡੇ ਇਤਿਹਾਸਕਾਰ ਨੂੰ ਚੁਣੌਤੀ ਦੇਣੀ, ਐਡੀ ਵੱਡੀ ਸੰਸਥਾ ਨੂੰ ਬਦਨਾਮ ਕਰਨਾ, ਮੈਂ ਸਮਝਦਾ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ। ਇਹ ਸੰਸਾਰ ਮੈਂ ਇੱਕੋ ਹੀ ਗੱਲ ਕਹੀ ਹੈ ਕਿ ਜੇ ਕਨਿੰਗਮ ਦੀ ਕਿਤਾਬ ਇੰਨੀ ਛਪੀ ਹੈ, ਜੇ ਕਨਿੰਗਮ ਨੇ ਆਪਣੀ ਵਰਸ਼ਨ ਦੇ ਵਿੱਚ ਕਿਸ ਤਰ੍ਹਾਂ ਕੋਈ ਇਸ ਤਰ੍ਹਾਂ ਦੇ ਲਫ਼ਜ਼ ਲਿਖੇ ਨੇ ਤੇ ਅੱਜ ਤੱਕ ਕਨਿੰਗਮ ਨੂੰ ਚੈਲੰਜ ਕਿਉਂ ਨਹੀਂ ਕੀਤਾ ਗਿਆ? ਸਾਡੇ ਇਤਿਹਾਸਕਾਰਾਂ ਨੇ ਉਹਨਾਂ ਨੂੰ ਸਰੋਤ ਕਿਉਂ ਮੰਨਿਆ? ਜੇ ਸਰਦਾਰ ਸੰਗਤ ਸਿੰਘ ਨੇ ਉਸ ਸਰੋਤ ਨੂੰ ਮੰਨ ਕੇ ਇਤਿਹਾਸ ਆਪਣੇ ਇਤਿਹਾਸ ਦੀ ਕਿਤਾਬ ਲਿਖੀ ਹੈ ਤੇ ਮੈਂ ਸਮਝਦਾ ਵੀ ਉਹ ਜਿਹੜੇ ਸੰਗਤ ਸਿੰਘ ਦਾ ਇਤਿਹਾਸ ਛਾਪਦੇ ਨੇ ਜਿਹੜੇ ਅਖਬਾਰ ਵਾਲੇ, ਉਹਨੇ ਇਸ ਕਨਿੰਗਮ ਦੀ ਕਿਤਾਬ ਦਾ ਰੈਫਰੈਂਸ ਲੈ ਕੇ ਇਸ ਕਿਤਾਬ ਨੂੰ ਬਦਨਾਮ ਕਰਨਾ ਕਿਉਂ ਕੀਤਾ? ਇਹ RSS ਦੇ ਖਾਉਂਦਾ ਫਿਰਦਾ। ਮੈਨੂੰ 8ਵਾਂ ਸਾਲ ਜਾ ਰਿਹਾ, ਮੈਂ ਅੱਜ ਤੱਕ RSS ਵਾਲੇ ਦੀ ਸ਼ਕਲ ਨਹੀਂ ਵੇਖੀ ਕਿਸੇ ਅਧਿਕਾਰੀ ਦੀ। ਇਹ ਜਿਹੜੀ ਗੱਲ ਹੈ ਸਿਰ ਵੀ ਕਹਿ ਦੇਣਗੇ ਵੀ RSS ਲਿਖਾ ਰਿਹਾ, RSS ਲਿਖਾ ਰਿਹਾ। ਇਹ ਮੈਂ ਸਮਝਦਾ ਬਹੁਤ ਵੱਡੀ ਬੜੀ ਭਾਰੀ ਸੋਚ ਹੈ ਔਰ ਮੈਂ ਸਮਝਦਾ ਬਹੁਤ ਛੋਟੀ ਸੋਚ ਹੈ ਕਿ ਜਿਹੜਾ ਸਿੱਖ ਲੀਡਰਸ਼ਿਪ ਨੂੰ ਜਿਹੜਾ ਉਹ ਇਸ ਤਰ੍ਹਾਂ ਦੇ ਝੂਠੇ ਇਲਜ਼ਾਮ ਲਾ ਕੇ, ਬੇਬੁਨਿਆਦ ਇਲਜ਼ਾਮ ਲਾ ਕੇ, ਜਿਹਨਾਂ ਦਾ ਕੋਈ ਵਜਨ ਨਹੀਂ, ਜਿਹਨਾਂ ਦਾ ਕੋਈ ਸਬੂਤ ਨਹੀਂ, ਜਿਹਨੂੰ ਐਸਟੈਬਲਿਸ਼ ਨਹੀਂ ਕਰ ਸਕਦੇ, ਉਹਨਾਂ ਨੂੰ RSS ਦਾ ਨਾਂ ਦੇ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਮੈਂ ਸਮੁੱਚੇ ਸਿੱਖ ਜਗਤ ਨੂੰ ਇਹ ਅਪੀਲ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 5 ਮਹਾਨ ਸਿੱਖ ਵਿਦਵਾਨ ਇੱਦਾਂ ਦੇ ਜਿਹੜੇ ਇਤਿਹਾਸਕਾਰ ਨੇ, ਜਿਹਦੇ ਡਾਕਟਰ ਕਿਰਪਾਲ ਸਿੰਘ ਹੈ, ਪ੍ਰੋਫੈਸਰ ਪ੍ਰਿਤਪਾਲ ਸਿੰਘ ਕਪੂਰ ਹੈ, ਡਾਕਟਰ ਜਸਪਾਲ ਸਿੰਘ ਹੈ ਔਰ ਮੈਂ ਸਮਝਦਾ ਕਿ
ਡਾਕਟਰ JS ਗਰੇਵਾਲ ਹੈ, ਉਹਨਾਂ ਦੀ ਇੱਕ ਕਮੇਟੀ ਬਣਾਈ ਹੈ। ਹਾਂਜੀ। ਉਹ ਇੱਕ ਪ੍ਰੋਜੈਕਟ ਕਮੇਟੀ ਹੈ ਜੀ। ਇਹ ਸਾਰੇ ਸਿੱਖ ਇਤਿਹਾਸ ਨੂੰ ਦੁਬਾਰਾ ਰੀਰਾਈਟ ਜਿਹੜਾ ਕਰਵਾਇਆ ਜਾ ਜੀ। ਰਿਹਾ ਐਸ ਸਿੱਖ ਵਰਸ਼ਨ, ਜੀ। ਔਰ ਸਿੱਖ ਵਰਸ਼ਨ ਦੇ ਵਿੱਚ ਦੇਖਦੇ ਆ ਵੀ ਉਹ ਕਿਹਦੇ ਕਿਹਦੇ ਰੈਫਰੈਂਸ ਲੈਂਦੇ ਨੇ। ਆਫਟਰ ਆਲ ਦੇ ਹੈਵ ਟੂ ਟੇਕ ਸਮ ਰੈਫਰੈਂਸਸ ਫਰਮ ਦੀ ਓਲਡ ਬੁੱਕ, ਔਰ ਮੈਂ ਸਮਝਦਾ ਕਿ ਉਸ ਇਤਿਹਾਸ ਨੂੰ ਪ੍ਰੈਜ਼ੈਂਟ ਕੀਤਾ ਜਾਊਗਾ। ਪ੍ਰਧਾਨ ਸਾਹਿਬ ਛੋਟਾ ਜਿਹਾ ਇੱਕ ਵਕਫਾ ਇਹ ਇਹੋ ਜਿਹੇ ਅਣਜਾਣ ਲੋਕਾਂ ਤੋਂ ਜੀ, ਜਿਨ੍ਹਾਂ ਨੂੰ ਇਤਿਹਾਸ ਨਾਲ ਦਾ ਪਤਾ ਨਹੀਂ, ਜਿਨ੍ਹਾਂ ਨੂੰ ਕਦੀ ਕਿਸੇ ਨੇ ਮੂੰਹ ਤੱਕ ਨਹੀਂ ਲਾਇਆ, ਜਿਨ੍ਹਾਂ ਨੂੰ ਕਦੀ ਕਿਸੇ ਨੇ ਸੇਵਾ ਦਾ ਮੌਕਾ ਹੀ ਨਹੀਂ ਦਿੱਤਾ, ਜਿਹੜੇ ਕਿਸੇ ਸੇਵਾ ਦੇ ਕੰਮ ਆ ਹੀ ਨਹੀਂ ਸਕੇ, ਉਹਨਾਂ ਲੋਕਾਂ ਦੇ ਇਹੋ ਜਿਹੀਆਂ ਝੂਠੀਆਂ ਤੇ ਬੇਬੁਨਿਆਦ ਵਰਸ਼ਨ ਤੋਂ ਬਚ ਕੇ ਸਿੱਖ ਪੰਥ ਦੀ ਸਰਮੌਰ ਸੰਸਥਾ ਉਹਦਾ ਸਤਿਕਾਰ ਕਰ, ਉਹਦੇ ਨਾਲ ਜੁੜੇ ਰਹੇ, ਔਰ ਇਹ ਜਿਹੀ ਘਟੀਆ ਜਿਹੜੀ ਪ੍ਰਚਾਰ ਕਰਨ ਵਾਲੀਆਂ ਸੰਸਥਾਵਾਂ ਨੂੰ ਉਹ ਵਖੇਰੇਵਾ ਉਹਨਾਂ ਨਾਲ ਵਖਰੇਵਾ ਪੈਦਾ ਕਰ, ਔਰ ਉਹਨਾਂ ਨੂੰ ਨਿਖਾਰ ਦੇ, ਔਰ ਇਹ ਜਿਹੇ ਚੈਨਲ ਤੇ ਇਹ ਜਿਹੇ ਲੋਕਾਂ ਨੂੰ ਜਿਹੜਾ ਮੂੰਹ ਨਾ ਲਾਉਣ। ਇਹ ਬੇਨਤੀ ਹੈ। ਪ੍ਰਧਾਨ ਸਾਹਿਬ ਤੁਸੀਂ 1 ਮਿੰਟ ਲਾਈਨ ਤੇ ਰਹਿਣਾ, ਛੋਟੇ ਜਿਹੇ ਵਕਫੇ ਦੇ ਬਾਅਦ ਤੁਹਾਨੂੰ ਫਤਿਹ ਬੁਲਾਉਂਦੇ ਆ, ਪਰ ਇੱਕ ਤੁਹਾਡੇ ਨਾਲ ਇੱਕ ਅਖੀਰਲੀ ਗੱਲ ਕਰਾਂਗੇ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ। ਤੁਸੀਂ ਲਾਈਨ ਤੇ ਬਣੇ ਰਹੋ। ਹੁਣ ਸਮਾਂ ਹੈ ਬਦਲਾਵ ਦਾ। ਬਲੈਕ ਵਾਇਰਲੈਸ ਨਾਲ ਤੁਸੀਂ ਇੰਡੀਆ ਅਤੇ 100 ਹੋਰ ਦੇਸ਼ਾਂ ਵਿੱਚ ਕਾਲ ਕਰ ਸਕਦੇ ਹੋ ਐਟ ਨੋ ਐਕਸਟਰਾ ਕਾਸਟ। ਤੁਹਾਨੂੰ ਮਿਲੇਗਾ ਅਨਲਿਮਿਟਿਡ ਟਾਕ, ਟੈਕਸਟ ਅਤੇ ਇੰਟਰਨੈਟ ਸਿਰਫ $45 ਪਰ ਮੰਥ ਵਿੱਚ। ਨਾ ਹੀ ਕੋਈ ਕੰਟਰੈਕਟ ਅਤੇ ਨਾ ਹੀ ਕੋਈ ਹਿਡਨ ਫੀਸ। ਤੁਸੀਂ ਕੋਈ ਵੀ ਅਨਲੌਕ GSM ਫੋਨ ਇਸਤੇਮਾਲ ਕਰ ਸਕਦੇ ਹੋ। ਕਾਲ ਕਰੋ 9174187986। Jasprit Singh, Attorney at Law. For all your immigration matters, asylum cases, deportation, family law, divorce, bankruptcy, entertainment visas, green card, etc., please contact the law offices of Jasprit Singh. With over 15 years of experience, we have handled many critical cases. We have 4 offices conveniently located in New York, Fremont, Sacramento, and Fresno. For free consultation, please contact 718-533-8444, 510-657-6444, 559-271-5511, 916-372-4448. ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਿਆਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਜੋਜ਼ਫ ਡੇਵੀ ਕਨਿੰਗਮ ਦੀ ਹਿਸਟਰੀ ਆਫ ਦਾ ਸਿੱਖਸ ਕਿਤਾਬ, ਜਿਸ ਦਾ ਅਨੁਵਾਦ ਸਰੋਤ ਪੁਸਤਕ ਦੇ ਰੂਪ ਵਿੱਚ ਉਸ ਲੜੀ ਦੇ ਵਿੱਚ ਜਿਹੜੀਆਂ 300 ਪੁਸਤਕਾਂ ਖਾਲਸੇ ਦੇ 300 ਸਾਲਾ ਸਿਰਜਣਾ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਜਿਹੜੀ ਲੜੀ ਦੇ ਵਿੱਚ ਛਾਪੀ ਸੀ, ਉਸ ਦੇ ਉੱਤੇ ਪਤਾ ਨਹੀਂ ਜਾਂ ਧਿਆਨ ਨਹੀਂ ਦਿੱਤਾ ਜਾਂ ਕਿਸ ਤਰ੍ਹਾਂ ਹੋਇਆ, ਪਰ ਉਹਦੇ ਉੱਤੇ ਰੋਲਾ ਇਸ ਤਰ੍ਹਾਂ ਪਾ ਦਿੱਤਾ ਗਿਆ ਕਿ ਸ਼੍ਰੋਮਣੀ ਕਮੇਟੀ ਨੇ ਵੀ ਉਹ ਕਿਤਾਬਾਂ ਚੁੱਕ ਕੇ ਠੰਡੇ ਬਸਤੇ ਵਿੱਚ ਪਾ ਦਿੱਤੀਆਂ। ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਲਾਈਨ ਦੇ ਉੱਤੇ ਹਨ ਔਰ ਉਹਨਾਂ ਨੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ। ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਸਿਰਫ ਇੱਕ ਅੱਧੇ ਮਿੰਟ ਦੇ ਲਈ ਉਹਨਾਂ ਦੇ ਨਾਲ ਗੱਲ ਕਰਾਂਗੇ। ਪ੍ਰਧਾਨ ਸਾਹਿਬ, ਅਖੀਰ 'ਚ ਕਿੱਦਾਂ ਜਾਪਦਾ ਹੈ, ਕਿਉਂਕਿ ਜਿਹੜੇ ਕੋਈ ਵੀ ਇਤਿਹਾਸ ਲਿਖਦਾ ਹੈ, ਭਾਵੇਂ ਕੋਈ ਵੀ ਇਤਿਹਾਸਕਾਰ ਹੈ, ਉਹ ਗੁਰਬਿਲਾਸ ਦੇ ਹਵਾਲੇ ਦਿੰਦਾ ਹੈ, ਜਨਮ ਸਾਖੀਆਂ ਦੇ ਦਿੰਦਾ ਹੈ, ਰਹਿਤਨਾਮਿਆਂ ਦੇ ਦਿੰਦਾ ਹੈ, ਸੂਰਜ ਪ੍ਰਕਾਸ਼ ਦੇ ਦਿੰਦਾ ਹੈ ਔਰ ਇਸ ਕਨਿੰਗਮ ਦੀ ਕਿਤਾਬ ਦੇ ਦਿੰਦਾ ਹੈ। ਪਰ ਕੀ ਕਾਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਨਿਰਣਾਇਕ ਤੌਰ ਤੇ ਸਟੈਂਡ ਕਿਉਂ ਨਹੀਂ ਲੈਂਦੀ? ਜਦੋਂ ਸਾਹ ਮਨਜੀਤ ਸਿੰਘ ਕਲਕੱਤਾ ਵੀ ਜਦੋਂ ਸਕੱਤਰ ਸਨ ਤਾਂ ਰੋਲਾ ਪਿਆ, ਤਾਂ ਪਹਿਲਾਂ ਉਹਨਾਂ ਨੇ ਕਹਿ ਦਿੱਤਾ ਅਸੀਂ ਗੁਰਬਿਲਾਸ ਵੀ ਰੋਕ ਰਹੇ ਹਾਂ, ਫਿਰ ਬਾਅਦ ਵਿੱਚ ਥੋੜੀ ਦੇਰੀ ਦੇ ਬਾਅਦ ਕਿਹਾ ਨਹੀਂ ਅਸੀਂ ਕੋਈ ਪਾਬੰਦੀ ਨਹੀਂ ਲਗਾਈ ਔਰ ਉਹ ਮੁੜ ਵਾਪਸ ਜਿਹੜੀ ਹੈ ਸਰਕੂਲੇਟ ਕਰ ਦਿੱਤੀ ਗਈ। ਸੋ ਕੀ ਇਸ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਤੁਸੀਂ ਸਟੈਂਡ ਸੋਚਦੇ ਹੋ ਕਿ ਇਹਦੇ ਨਾਲ ਬਕਾਇਦਾ ਫੁੱਟਨੋਟ ਦੇ ਕੇ ਔਰ ਜਿਨ੍ਹਾਂ ਨੇ ਇਸ ਨੂੰ ਵਰਤਿਆ ਉਹਨਾਂ ਦੇ ਹਵਾਲੇ ਦੇ ਕੇ ਮੁੜ ਇਹ ਕਿਤਾਬ ਉਪਲਬਧ ਹੋਏਗੀ ਤਾਂ ਕਿ ਜਿਸ ਮਕਸਦ ਲਈ ਇਹ ਜਾਰੀ ਕੀਤੀ ਗਈ ਸੀ ਉਹ ਮਕਸਦ ਪੂਰਾ ਹੋ ਸਕੇ? ਦੇਖੋ, ਮੈਂ ਦੱਸ ਚੁੱਕਿਆ ਕਿ ਅਸੀਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਇਹ ਸਾਰੇ ਮਾਮਲੇ ਦੇ ਤੋਂ ਬਾਅਦ ਇੱਕ ਜਿਹੜਾ ਇਤਿਹਾਸ ਸਿੱਖ ਸੋਚ ਦੇ ਮੁਤਾਬਕ ਇਤਿਹਾਸ ਨੂੰ ਰੀਰਾਈਟ ਕਰਾਉਣ ਦਾ ਫੈਸਲਾ ਕੀਤਾ ਹੋਇਆ ਔਰ ਉਹਦੇ ਲਈ ਸਾਰੇ ਪ੍ਰਬੰਧ ਜਿਹੜੇ ਨੇ ਉਹ ਮੁਕੰਮਲ ਕੀਤੇ ਜਾ ਰਹੇ ਨੇ। ਅਸੀਂ ਉਹਦੇ ਬਾਰੇ
ਦਫ਼ਤਰ ਵੀ ਜਿਹੜਾ ਚੰਡੀਗੜ੍ਹ ਦੇ ਵਿੱਚ ਭੇਜਤਾ ਉਹਨਾਂ ਨੂੰ, ਜੀ। ਕਮੇਟੀ ਬਣਾਤੀ, ਪ੍ਰੋਜੈਕਟ ਕਮੇਟੀ ਬਣਾ ਦਿੱਤੀ ਹੈ। ਉਹਦੇ ਵਿੱਚ ਜਿਹੜੇ ਕੌਮ ਦੇ ਵਿਦਵਾਨ ਨੇ ਚੰਗੇ, ਉਹਨਾਂ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਗਿਆ ਫਿਲਹਾਲ, ਜੀ। ਕਿਉਂਕਿ ਉਹਨਾਂ ਨੇ ਅੱਗੋਂ ਫਿਰ ਜਿਹੜੇ ਨਵੇਂ ਰੀਰਾਈਟ ਕਰਨ ਵਾਲੇ ਜਿਹੜੇ ਸਕਾਲਰ ਹੋਣਗੇ ਉਹਨਾਂ ਦੀ ਸੇਵਾਵਾਂ ਲੈਣਗੇ। ਔਰ ਮੈਂ ਸਮਝਦਾ ਕਿ ਹੁਣ ਜਦੋਂ ਬਾਲ ਅਸੀਂ ਉਹਨਾਂ ਇਤਿਹਾਸਕਾਰਾਂ ਦੇ ਕੋਲ ਭੇਜ ਦਿੱਤੀ ਹੈ ਜੀ ਕਿ ਜਿਨ੍ਹਾਂ ਨੇ ਦੁਬਾਰਾ ਰੀਰਾਈਟ ਕਰਨਾ ਹੈ ਇਤਿਹਾਸ, ਤੇ ਇਹ ਤਾਂ ਹੁਣ ਉਹ ਫੈਸਲਾ ਕਰਨਗੇ ਕਿ ਅਸੀਂ ਵੀ, ਕਿਉਂਕਿ ਆਫਟਰ ਆਲ ਜਿਹੜਾ ਵੀ ਇਤਿਹਾਸ ਕੋਈ ਲਿਖਦਾ ਹੈ ਜੀ, ਉਹਦਾ ਕੋਈ ਨਾ ਕੋਈ ਸਰੋਤੇ ਹੁੰਦਾ ਹੀ ਹੈ। ਮੈਂ ਪ੍ਰਧਾਨ ਸਾਹਿਬ ਵੀ ਉੱਤੋਂ ਅਸਮਾਨ ਦੇ ਵਿੱਚੋਂ ਜੀ। ਉਹਨਾਂ ਦੇ ਵਿੱਚੋਂ ਦਿਮਾਗ ਦੇ ਵਿੱਚ ਆ ਕੇ ਕੋਈ ਚੀਜ਼ ਪ੍ਰਗਟ ਹੁੰਦੀ ਹੈ ਜੀ। ਤੇ ਉਹ ਲਿਖ ਦਿੰਦੇ ਆ। ਜੀ। ਆਫਟਰ ਆਲ ਕੋਈ ਉਹਨਾਂ ਨੇ ਪੜ੍ਹਿਆ ਹੁੰਦਾ ਸਰੋਤ, ਕੋਈ ਕਿਸੇ ਇਤਿਹਾਸਕਾਰ ਦੀ ਜੀ। ਕਿਤਾਬ ਪੜ੍ਹੀ ਹੁੰਦੀ ਹੈ, ਕੋਈ ਜੀ। ਵਚਨ ਪੜ੍ਹੀ ਹੁੰਦੀ ਜੀ, ਹੈ, ਜੀ, ਕੋਈ ਜੀ। ਲਿਖਤ ਪੜ੍ਹੀ ਹੁੰਦੀ ਹੈ, ਕੋਈ ਇਤਿਹਾਸ ਦੀ ਰਿਸਰਚ ਕੀਤੀ ਹੁੰਦੀ ਹੈ। ਸਰੋਤ ਤਾਂ ਜਿਹੜੇ ਨੇ ਉਹ ਇੱਕ ਸਾਧਨ ਨੇ ਇਤਿਹਾਸ ਨੂੰ ਬਣਾਉਣ ਦੇ। ਜੀ, ਜੀ। ਉਹ ਸਰੋਤ ਨੂੰ ਕਿੰਨਾ ਠੀਕ ਮੰਨ ਕੇ, ਕਿੰਨਾ ਸਹੀ ਮੰਨ ਕੇ ਆਪਣੇ ਇਤਿਹਾਸ ਦੀ ਆਪਣੇ ਵਰਸ਼ਨ ਮੁਤਾਬਕ ਉਹ ਦੇ ਸਕਦੇ ਨੇ, ਇਹ ਉਹਨਾਂ ਨੇ ਦੇਖਣਾ ਹੁੰਦਾ। ਔਰ ਮੈਂ ਸਮਝਦਾ ਕਿ ਜਿਹੜੇ ਵਿਦਵਾਨ ਅਸੀਂ ਚੁਣੇ ਨੇ, ਡਾਕਟਰ ਕਿਰਪਾਲ ਸਿੰਘ ਵੀ ਉਹਦੇ ਚ ਹੈਗੇ ਨੇ। ਜੀ ਜੀ ਨਹੀਂ ਉਹ ਪ੍ਰਧਾਨ ਸਾਹਿਬ ਉਹਦੇ ਚ ਮੈਂ ਸਿਰਫ ਇਹ ਬੇਨਤੀ ਕਰਦਾ ਕਿ ਉਹ ਤਾਂ ਨਵਾਂ ਇਤਿਹਾਸ ਜਿਹੜਾ ਲਿਖਣਾ ਵੱਖਰੀ ਗੱਲ ਹੈ, ਪਰ ਜਿਹੜਾ ਸਾਡਾ ਸਰੋਤ ਨਹੀਂ, ਜਿਹੜੀਆਂ ਸਰੋਤ ਪੁਸਤਕਾਂ ਹੈਗੀਆਂ, ਅਗਰ ਜੇ ਇਹ ਗੁਰਬਿਲਾਸ ਖਤਮ ਕੀਤੀ ਜਾਂਦੀ ਹੈ, ਅਗਰ ਜੇ ਇਹ ਕਨਿੰਗਮ ਦੀ ਕਿਤਾਬ ਖਤਮ ਕੀਤੀ ਜਾਂਦੀ ਹੈ, ਫਿਰ ਤਾਂ ਲਾਇਬ੍ਰੇਰੀ ਵਿੱਚ, ਰੈਫਰੈਂਸ ਲਾਇਬ੍ਰੇਰੀ 'ਚ ਪਈ ਕੋਈ ਵੀ ਕਿਤਾਬ ਬਾਕੀ ਨਹੀਂ ਬਚ ਸਕਦੀ। ਸੋ ਮੇਰੇ ਕਹਿਣ ਦਾ ਸਿਰਫ ਇੰਨਾ ਸੀ ਕਿ ਇਹ ਸਰੋਤ ਪੁਸਤਕਾਂ ਨੂੰ ਪ੍ਰਸਾਰਣ ਦਾ ਕੰਮ ਜਾਰੀ ਰੱਖੇਗੀ, ਕਿਉਂਕਿ ਸਿੱਖ ਇਤਿਹਾਸ ਰਿਸਰਚ ਬੋਰਡ ਦਾ ਮਕਸਦ ਹੀ ਇਹੀ ਸੀ। ਦੇਖੋ ਮੈਂ ਬੜੀ ਕਲੀਅਰ ਗੱਲ ਕੀਤੀ ਹੈ ਜੀ। ਇਹ ਜਿਹੜਾ ਇਤਿਹਾਸ ਜਿਸ ਲਿਖਾਰੀ ਨੇ ਲਿਖਿਆ ਜੀ, ਉਹਨੂੰ ਕਿਸੇ ਨੂੰ ਵੀ ਕੋਈ ਖਤਮ ਕਰਨ ਦਾ ਅਧਿਕਾਰ ਨਹੀਂ ਹੈਗਾ। ਬਿਲਕੁਲ ਬਿਲਕੁਲ ਬਿਲਕੁਲ। ਔਰ ਖਾਸ ਕਰਕੇ ਉਹਨੂੰ ਸਰੋਤ ਮੰਨ ਕੇ, ਹਾਂਜੀ, ਉਹਨੂੰ ਸਰੋਤ ਮੰਨ ਕੇ ਜਿਸ ਇਤਿਹਾਸਕਾਰ ਨੇ ਨਵਾਂ ਇਤਿਹਾਸ ਲਿਖਣਾ ਹੈ, ਹਾਂਜੀ, ਉਹਨੇ ਵੇਖਣਾ ਕਿ ਮੈਂ ਸਰੋਤ ਕਿਹਨੂੰ ਮੰਨ ਰਿਹਾ। ਠੀਕ ਹੈ, ਠੀਕ ਹੈ। ਜੇ ਉਹਨੂੰ ਕਨਿੰਗਮ ਦੀ ਕਿਤਾਬ ਨਹੀਂ ਪੜ੍ਹੇਗਾ ਜਾਂ ਗੁਰਬਿਲਾਸ ਨਹੀਂ ਪੜ੍ਹੇਗਾ ਜਾਂ ਜਿਹੜੇ ਇਤਿਹਾਸ ਦੇ ਵੱਡੇ ਵੱਡੇ ਸਰੋਤ ਨੇ ਉਹਨਾਂ ਨੂੰ ਨਹੀਂ ਪੜ੍ਹੇਗਾ, ਤਾਂ ਉਹ ਇਤਿਹਾਸ ਨੂੰ ਅੱਗੇ ਕਿਵੇਂ ਤੋਰੇਗਾ? ਠੀਕ ਹੈ, ਬਿਲਕੁਲ ਠੀਕ ਹੈ। ਉਹ ਸਰੋਤ ਦੇ ਵਿੱਚੋਂ ਵੇਖਣਾ ਵੀ ਮੈਨੂੰ ਗੱਲ ਕਿਹੜੀ ਹੈ, ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਕਿਵੇਂ ਲਿਖ ਸਕਦਾ, ਆਪਣੀ ਸੋਚ ਮੁਤਾਬਕ, ਆਪਣੀਆਂ ਸਿੱਖਾਂ ਦੀਆਂ ਭਾਵਨਾਵਾਂ ਮੁਤਾਬਕ ਇਹ ਕਿਵੇਂ ਇੱਕ ਸਹੀ ਇਤਿਹਾਸ ਜਿਹੜਾ ਉਹ ਪ੍ਰੈਜ਼ੈਂਟ ਕਰ ਸਕਦਾ। ਜੀ, ਅਖੀਰ ਦੇ ਵਿੱਚ ਜੀ 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 ਅਖੀਰ ਦੇ ਵਿੱਚ ਪ੍ਰਧਾਨ ਸਾਹਿਬ ਜਿਹੜੀ ਜੀ ਬੇਨਤੀ ਹੈ ਕਿ ਇਹ ਜਿਹੜੀ ਕਿਤਾਬ ਸੀ ਕਨਿੰਗਮ ਦੀ, ਇਸ ਨੇ ਅਰਬੀ, ਫਾਰਸੀ ਔਰ ਪੰਜਾਬੀ ਦੇ 200 ਤੋਂ ਵੱਧ ਪੁਸਤਕਾਂ ਉਸਨੇ ਹਵਾਲੇ ਦਿੱਤੇ। ਉਹਦੇ ਵਿੱਚ ਲਿਸਟ ਵੀ ਹੈ ਜਿਨ੍ਹਾਂ ਦੇ ਆਧਾਰਿਤ ਉਸਨੇ ਕਰਕੇ ਉਹ ਸਾਰਾ, ਔਰ ਜਿਹੜੀ ਉਹਦੀ ਆਪਣੀ ਡਾਇਰੀ, ਔਰ 8 ਸਾਲ ਪੰਜਾਬ ਦੇ ਵਿੱਚ ਉਸਨੇ ਨੌਕਰੀ ਕੀਤੀ, ਔਰ ਉਹ ਇੱਕ ਵਡਮੁੱਲਾ ਸਰੋਤ ਹੋ ਕੇ ਜਿਹੜਾ ਛਾਪਿਆ ਕੀਤਾ। ਔਰ ਤਰਜਮੇ ਦੇ ਵਿੱਚ ਤਾਂ ਕੋਈ ਆਪਣੀ ਤਰਫੋਂ ਕੋਈ ਲਫ਼ਜ਼ ਬਦਲ ਨਹੀਂ ਸਕਦਾ, ਤਰਜਮਾ ਟਰਾਂਸਲੇਸ਼ਨ ਮੀਨਸ ਉਹ ਜੋ ਹੈਗਾ ਉਹੀ ਹੋਏਗਾ। ਪਰ ਅਖੀਰ ਦੇ ਵਿੱਚ ਇੱਕ ਛੋਟਾ ਜਿਹਾ ਔਰ ਸਿੱਧਾ ਸਵਾਲ ਹੈ, ਇਹ ਕਿਹਾ ਜਾ ਰਿਹਾ ਹੈ ਕਿ ਸਰਦਾਰ ਅਵਤਾਰ ਸਿੰਘ ਨੇ ਇਹ ਕਿਤਾਬ ਛਾਪ ਕੇ ਵੰਡ ਕੇ ਇੱਕ ਬਹੁਤ ਵੱਡਾ ਗੁਨਾਹ ਕੀਤਾ ਹੈ। ਤੁਹਾਡਾ ਇਹਦੇ ਤੇ ਕੀ ਜਵਾਬ ਹੈ? ਦੇਖੋ ਮੈਂ ਤਾਂ ਜਿਹੜੀ ਗੱਲ ਕਹੀ ਹੈ, ਨਾ ਮੈਂ ਛਾਪੀ ਹੈ, ਨਹੀਂ, ਸ਼੍ਰੋਮਣੀ ਕਮੇਟੀ ਮੈਂ ਉਹੀ ਕਹਿਣਾ, ਜੇ ਮੈਂ ਇੱਕੋ ਹੀ ਗੱਲ ਕਹਿਣਾ ਕਿ ਸ਼੍ਰੋਮਣੀ ਕਮੇਟੀ ਦਾ ਕਸੂਰ ਸਿਰਫ ਇੰਨਾ ਹੈ ਹਾਂਜੀ ਕਿ ਉਹਨਾਂ ਨੇ ਉਹ ਜਿਹੜੀ ਹਿੰਦੀ ਵਰਸ਼ਨ ਸੀ ਹਾਂਜੀ ਉਹਦੇ ਥੱਲੇ ਫੋਟੋ ਨੋਟ ਨਹੀਂ ਦਿੱਤਾ, ਹਾਂਜੀ ਹਾਂਜੀ ਹਾਂਜੀ, ਔਰ ਉਹਦਾ ਨਾਂ ਨਹੀਂ ਛਪਿਆ ਵੀ ਇਹ ਕਿਤਾਬ ਕਿਹਦੀ ਲਿਖੀ ਹੋਈ ਹੈ। ਹਾਂਜੀ ਹਾਂਜੀ। ਔਰ ਅਣਜਾਣਪੁਣੇ ਦੇ ਵਿੱਚ ਹੋਈ ਇਸ ਗਲਤੀ ਨੂੰ ਜੀ ਜੀ ਇਹ ਲੋਕ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ, ਇਹਨਾਂ ਲੋਕਾਂ ਦੀ ਗਿਣਤੀ ਕਿੰਨੀ ਹੈ, ਇਹਨਾਂ ਲੋਕਾਂ ਦਾ ਪੰਥ ਨੂੰ ਦੇਣ ਕੀ ਹੈ, ਇਹਨਾਂ ਲੋਕਾਂ ਨੇ ਪੰਥ ਲਈ ਕੀਤਾ ਕੀ ਹੈ, ਇਹਨਾਂ ਨੂੰ ਪੰਥਕ ਲੋਕਾਂ ਨੇ ਇਹਨਾਂ ਨੂੰ ਕਦੀ ਸਤਿਕਾਰ ਕੀਤਾ ਜੀ ਜੀ, ਕਦੀ ਇਹਨਾਂ ਨੂੰ ਉਹਨਾਂ ਨੇ ਪੰਥ ਦੇ ਨੇੜੇ, ਪੰਥਕ ਸੰਸਥਾਵਾਂ ਦੇ ਨੇੜੇ ਆਉਣ ਦਿੱਤਾ। ਸੋ ਤੁਹਾਡਾ ਮਤਲਬ ਤੁਸੀਂ ਇਸ ਇਲਜ਼ਾਮ ਨੂੰ ਰੱਦ ਕਰਦੇ ਹੋ ਪੂਰੀ ਤਰ੍ਹਾਂ ਰੱਦ ਹੀ ਨਹੀਂ ਕਰਦਾ। ਮੈਂ ਸਮਝਦਾ ਕਿ ਲੋਕ ਪੰਥ ਦੁਸ਼ਮਣ ਨੇ। ਠੀਕ ਠੀਕ। ਸਿੱਖ ਦੁਸ਼ਮਣ ਨੇ। ਠੀਕ ਹੈ। ਗੁਰੂ ਗ੍ਰੰਥ ਦੇ, ਗੁਰੂ ਪੰਥ ਦੇ ਦੁਸ਼ਮਣ ਨੇ ਜਿਹੜੇ ਲੋਕ ਪੰਥ ਦੇ ਵਿੱਚ ਇਸ ਤਰ੍ਹਾਂ ਦੀਆਂ ਝੂਠੀਆਂ, ਬੇਬੁਨਿਆਦ, ਬੇਕਾਰ ਇਲਜ਼ਾਮ ਲਾ ਕੇ
ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਨੂੰ ਜਿਹੜਾ ਇਹ ਬਦਨਾਮ ਕਰਦੇ ਨੇ। ਅਕਾਲ ਤਖਤ ਸਾਹਿਬ ਦੇ ਖਿਲਾਫ ਬੇਬੁਨਿਆਦ ਗੱਲਾਂ ਲਿਖਦੇ ਨੇ ਔਰ ਮੈਂ ਸਮਝਦਾ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਨਕਾਰਨਾ ਚਾਹੀਦਾ। ਸਿੱਖ ਪੰਥ ਨੂੰ ਮੇਰੀ ਇਹ ਅਪੀਲ ਹੈ ਔਰ ਮੈਂ ਸਾਡੇ ਤੇ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੇ ਵਿੱਚ ਪੂਰਾ ਵਿਸ਼ਵਾਸ ਰੱਖ ਕੇ ਜਿਹੜਾ ਉਹਨਾਂ ਨੂੰ ਸਿੱਖ ਪੰਥ ਨੂੰ ਇਕਜੁੱਟ ਹੋਣਾ ਚਾਹੀਦਾ। ਸੋ ਸਾਡੀ ਵੀ ਆਸ ਹੈ ਪ੍ਰਧਾਨ ਸਾਹਿਬ, ਇਹਨਾਂ ਲੋਕਾਂ ਦੇ ਵਾਹ ਵਰੋਲੇ ਤੋਂ ਅਡਿੱਗ ਹੋ ਕੇ ਤੁਸੀਂ ਆਪਣਾ ਕੰਮ ਜਿਹੜਾ ਪੰਥਕ ਹਿੱਤ ਵਿੱਚ ਕਰਦੇ ਰਹੋਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸੋ ਕਿਸੇ ਨੇ ਪਿਆਰੇ ਦਰਸ਼ਕੋ, ਇਹ ਸਨ ਸਰਦਾਰ ਅਵਤਾਰ ਸਿੰਘ, ਜਿਨ੍ਹਾਂ ਨੇ ਪੂਰੇ ਵਿਸਥਾਰ ਨਾਲ ਜੋ ਵੀ ਉਹਨਾਂ ਦੇ ਉੱਤੇ ਇਲਜ਼ਾਮ ਉਹ ਸਾਰੇ ਉਹਨਾਂ ਤੱਕ ਸਿੱਧੇ ਲਫ਼ਜ਼ਾਂ ਵਿੱਚ ਦੱਸੇ ਔਰ ਉਹਨਾਂ ਨੇ ਉਸ ਦੀ ਵਿਆਖਿਆ ਜਾਂ ਉਸ ਦਾ ਜਵਾਬ ਉਹਨਾਂ ਨੇ ਦਿੱਤਾ। ਇਸ ਮਸਲੇ ਦੇ ਉੱਤੇ ਤੁਸੀਂ ਵੀ ਸਾਡੇ ਨਾਲ ਗੱਲ ਕਰ ਸਕਦੇ ਹੋ ਔਰ ਸਾਡੇ ਨੰਬਰ ਅੱਜ ਤੋਂ ਅਸੀਂ ਨਵੀਂ ਥਾਂ ਤੋਂ ਤੁਹਾਡੇ ਰੂਬਰੂ ਹਾਂ ਔਰ ਇਸ ਗੱਲ ਦੀ ਤੁਹਾਨੂੰ ਵੀ ਵਧਾਈ ਹੈ। ਸਾਡੇ ਨੰਬਰ ਹਨ 516 825 0006 ਤੇ ਦੂਸਰਾ ਨੰਬਰ ਹੈ 516 825 0008। ਇਹ ਤੁਸੀਂ ਆਪਣੇ ਜ਼ਿਹਨ ਵਿੱਚ ਡਾਇਰੀ ਤੇ ਨੋਟ ਵੀ ਕਰ ਲਓ ਔਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ, ਆਪਣੇ ਵਿਚਾਰ ਵੀ ਦੇ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਇਸ ਪੁਸਤਕ ਦੇ ਬਾਰੇ ਹੋਰ ਤੁਹਾਨੂੰ ਜਾਣਕਾਰੀ ਦਈਏ ਔਰ ਕਨਿੰਗਮ ਦੀ ਦੇਣ ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲ ਕਰ ਸਕੀਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਨਿਰਮਲ ਸਿੰਘ ਬੋਲ ਰਿਹਾ ਜੀ, ਪੁਲਿਸ ਸਟੇਸ਼ਨ ਹੁਸਨ ਤੋਂ। ਹਾਂਜੀ ਵੀਰ ਜੀ, ਹੁਕਮ ਕਰੋ। ਸਰਦਾਰ ਸਾਹਿਬ ਜਿਹੜੇ ਆ ਸਰਦਾਰ ਮੱਕੜ ਸਾਹਿਬ ਨੇ ਜੋ ਦਿੱਤੀ ਬਿਆਨਬਾਜ਼ੀ, ਜੀ ਮਤਲਬ ਇਹਦੀ ਕਿਤਾਬ ਛਾਪੀ ਆ ਜੀ, ਐਵੇਂ ਦਾ ਛਾਪ ਨਹੀਂ ਗਈ, ਐਵੇਂ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਪਹੁੰਚੀ ਹੈ ਉਹ ਹੈ ਜੀ। ਜਿਹੜੀ ਕਿਤਾਬ ਆਪਾਂ ਜਿਹਦਾ ਗੱਲ ਕਰਦੇ ਆ ਜੀ, ਹਾਂਜੀ ਇਹ ਕਿਤਾਬ ਐਵੇਂ ਦੇ ਛਾਪ ਨਹੀਂ ਗਈ। ਇਹ ਆਪਾਂ ਮੱਕੜ ਸਾਹਿਬ ਸਫਾਈ ਦੇ ਰਹੇ ਆ ਜੀ। ਇਹ ਦੇਖੋ ਤੁਸੀਂ 1999 ਤੋਂ ਲੈ ਕੇ 2007 ਵਿੱਚ ਇਹਨਾਂ ਦੇ ਧਿਆਨ ਚ ਆਇਆ ਮੈਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਜੀ। ਉਹਦੇ ਵਿੱਚ ਹੀ ਨਹੀਂ ਕੋਈ ਉਹਦਾ ਵੀ ਐਕਸ਼ਨ ਕੀ ਲਿਆ ਬੰਦੇ ਨੇ ਜਿਹੜੀ ਕਿਤਾਬ ਛਾਪੀ ਆ ਉਹਦਾ ਕੋਈ ਨਾਂ ਔਰ ਕਿਉਂ ਛਾਪੀ ਆ, ਇੰਨੇ ਸਾਡੇ ਗੁਰੂ ਸਾਹਿਬਾਨਾਂ ਬਾਰੇ ਮਤਲਬ ਕਿੰਨਾ ਕੁਝ ਗਲਤ ਲਿਖਿਆ ਉਹਨਾਂ ਨੇ। ਨਹੀਂ, ਮੈਂ ਵੀਰ ਜੀ ਤੁਹਾਨੂੰ ਉਹਦੇ ਵਿੱਚ ਤੁਸੀਂ ਉਹ ਕਿਤਾਬ ਵੇਖੀ ਹੈ? ਨਹੀਂ, ਸਾਨੂੰ ਆ ਜੋ ਦੇਖਿਆ ਨਾ ਹੈਂਟ ਦਿੱਤੇ ਗੱਲ ਇਹ ਹੈ ਮੈਂ ਪੜ੍ਹੀ ਤਾਂ ਨਹੀਂ, ਮਤਲਬ ਜੋ ਪਤਾ ਲੱਗਾ ਅਸੀਂ ਉਹਦੇ ਹਿਸਾਬ ਨਾਲ ਬੋਲਦੇ ਹਾਂ ਜੀ। ਬਾਕੀ ਜੇ ਕੋਈ ਗਲਤੀ ਹੈ ਤਾਂ ਮਾਫ ਕਰਨਾ। ਨਹੀਂ, ਬਿਲਕੁਲ ਤੁਹਾਡੀ ਦੇਖੋ, ਤੁਸੀਂ ਤੁਹਾਡੇ ਸਿਰ ਤੇ ਸਾਡਾ ਚੈਨਲ ਹੈ, ਤੁਸੀਂ ਬਿਲਕੁਲ ਠੀਕ। ਮੈਂ ਤੁਹਾਨੂੰ ਦੱਸਦਾ ਉਹਦੇ ਤੇ ਇਤਰਾਜ਼ ਕੀ ਹੈ ਵੀਰ ਜੀ, ਮੈਂ ਤੁਹਾਨੂੰ ਥੋੜੀ ਜੀ ਐਕਸਪਲੇਨੇਸ਼ਨ ਦੇ ਰਿਹਾ। ਉਹ ਜਿਵੇਂ ਇੱਕ ਛੋਟੀ ਜੀ ਗੱਲ ਹੈ, ਇੱਕ ਜਦੋਂ ਮੁਸਲਮਾਨ ਮੁਹੰਮਦ ਸਾਹਿਬ ਬਾਰੇ ਲਿਖੇਗਾ ਉਹ ਪੂਰਾ SAS ਮੁਹੰਮਦ ਲਿਖਦੇ ਹੈ, ਸੱਲੱਲਾਹੁ ਅਲੈਹਿ ਵਸੱਲਮ ਲਿਖਦੇ ਹੈ, SAS ਜਾਂ PBUH ਪੀਸ ਬੀ ਅਪਨ ਹਿਮ। ਜੇਕਰ ਅਗਰ ਕੋਈ ਹਿੰਦੂ ਆਪਣੇ ਅਵਤਾਰਾਂ ਬਾਰੇ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਭਗਵਾਨ ਸ਼੍ਰੀ ਰਾਮ ਲਿਖਦੇ ਹੈ, ਦੂਜਾ ਰਾਮ ਤੇ ਕ੍ਰਿਸ਼ਨ ਲਿਖ ਦਿੰਦੇ ਹੈ। ਜੇਕਰ ਅਸੀਂ ਗੁਰੂ ਸਾਹਿਬ ਨੂੰ ਮੁਖਾਤਬ ਕਰਨਾ ਹੈ ਤਾਂ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਕਰਕੇ ਮੁਖਾਤਬ ਕਰਦੇ ਹਾਂ। ਪਰ ਅੰਗਰੇਜ਼ ਜਿਹੜਾ ਹੈ ਬਾਹਰ ਦਾ, ਉਹਨੇ ਜਿਹੜੇ ਲਫ਼ਜ਼ ਲਿਖੇ ਉਹ ਲਿਖਿਆ ਨਾਨਕ ਵੈਂਟ ਦੇਅਰ, ਨਾਨਕ ਡਾਈਡ, ਅਰਜਨ ਟੁੱਕ ਓਵਰ। ਉਹ ਜਿਹੜੇ ਇਤਰਾਜ਼ ਇਹ ਕੀਤਾ ਗਿਆ ਉਹਨਾਂ ਨਾਲ ਸਤਿਗੁਰ ਸੱਚੇ ਪਾਤਸ਼ਾਹ ਜਾਂ ਗੁਰੂ ਕਿਉਂ ਨਹੀਂ ਲਿਖਿਆ। ਗੱਲ ਇਹ ਹੈ, ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ, ਪ੍ਰਿੰਸੀਪਲ ਤੇਜਾ ਸਿੰਘ ਜੀ ਬਹੁਤ ਵਿਦਵਾਨ ਹੋਏ ਹੈ, ਉਹਨਾਂ ਨੇ ਵੀ ਜਿਹੜੀ ਕਿਤਾਬ ਲਿਖੀ ਉਹਦੇ 'ਚ ਵੀ ਇਸੇ ਤਰ੍ਹਾਂ ਲਿਖਿਆ ਨਾਨਕ। ਜੇ ਡਾਕਟਰ ਗੱਡਾ ਸਿੰਘ ਜੀ ਜਿਹੜੇ ਇੰਨੇ ਸਤਿਕਾਰਯੋਗ ਹੈ ਉਹਨਾਂ ਨੇ ਵੀ ਇਦਾਂ ਹੀ ਲਿਖਿਆ। ਜੇ ਹੋਰ ਵੀ ਜਿੰਨੇ ਖੁਸ਼ਵੰਤ ਸਿੰਘ ਹੈ ਉਹਨਾਂ ਨੇ ਵੀ ਇਦਾਂ ਲਿਖਿਆ। ਇਹ ਇੱਕ ਤਰੀਕਾ ਹੁੰਦਾ ਸੀ। ਪਰ ਦੂਸਰੀ ਗੱਲ, ਜੇ ਕਨਿੰਗਮ ਨੇ ਲਿਖਿਆ ਉਹਦੀ ਟਰਾਂਸਲੇਸ਼ਨ ਹੈ, ਟਰਾਂਸਲੇਸ਼ਨ ਜਿਹੜਾ ਟਰਾਂਸਲੇਟ ਕਰਨ ਵਾਲਾ ਹੈ ਆਪਣੀ ਤਰਫੋਂ ਜੋੜ ਨਹੀਂ ਸਕਦਾ। ਹਾਂ, ਇੱਕ ਗੱਲ ਤੁਹਾਡੀ ਜਾਣਕਾਰੀ ਲਈ, ਕੋਈ ਐਸਾ ਵਿਅਕਤੀ ਨਹੀਂ ਜਿਹਨੇ ਇਸ ਕਨਿੰਗਮ ਦੀ ਕਿਤਾਬ ਦਾ ਉਹਦਾ ਸ਼ਲਾਘਾ ਨਾ ਕੀਤੀ। ਔਰ ਤੁਹਾਡੀ ਜਾਣਕਾਰੀ ਬੜੀ ਹੈਰਾਨਕੁਨ ਹੋਏਗੀ, ਇੱਕ ਵਿਅਕਤੀ ਨੇ ਉਸ ਕਿਤਾਬ ਦੀ ਨਿੰਦਾ ਕੀਤੀ ਹੈ
ਉਸ ਨੂੰ ਬੁਰਾ ਭਲਾ ਕਿਹਾ, ਉਹ ਹੈ ਮਹਾਤਮਾ ਗਾਂਧੀ। ਉਹਨਾਂ ਨੇ ਲਿਖਿਆ ਕਿ ਕਨਿੰਗਮ ਨੇ ਸਿੱਖਾਂ ਦੇ ਮਨ ਵਿੱਚ ਇਹ ਜ਼ਹਿਰ ਪਾਇਆ ਕਿ ਉਹ ਨਿਆਰਾ ਹੈ ਔਰ ਵੱਖਰੇ ਹਨ। ਸੋ ਇਹ ਬੇਨਤੀ ਹੈ, ਜੇ ਗਲਤੀ ਉਹਦੇ ਵਿੱਚ ਅਗਰ ਹੈਗੀ ਹੈ, ਗਲਤੀ ਜ਼ਰੂਰ ਇਹ ਜਿਵੇਂ ਮੰਨ ਵੀ ਲਈ ਹੈ, ਔਰ ਮੇਰਾ ਖਿਆਲ ਹੈ ਜਿਵੇਂ ਮਾਸਟਰ ਤਾਰਾ ਸਿੰਘ ਕਹਿੰਦੇ ਸੀ, ਗਲਤੀ ਦੀ ਸਮਝ ਆ ਜਾਣ ਨਾਲ ਅੱਧੀ ਠੀਕ ਹੁੰਦੀ ਹੈ, ਮੰਨ ਲੈਣ ਨਾਲ ਪੂਰੀ ਠੀਕ ਹੁੰਦੀ ਹੈ। ਕਿਤਾਬ ਦੇ ਵਿੱਚ ਕੋਈ ਗਲਤੀ ਨਹੀਂ ਹੈ, ਕਿਤਾਬ ਦੇ ਸਰੋਤ ਵਿੱਚ ਕੋਈ ਗਲਤੀ ਨਹੀਂ ਹੈ। ਟਰਾਂਸਲੇਟ ਕਰਨ ਲੱਗਿਆ ਨੋਟ ਜ਼ਰੂਰ ਦੇਣਾ ਚਾਹੀਦਾ ਸੀ ਕਿ ਇਹ ਹੈ, ਉਹ ਇਹਨਾਂ ਦੀ ਓਮਿਟ ਕੀਤਾ, ਜਿਹਦੇ ਕਰਕੇ ਇਹ ਉਹਨਾਂ ਨੂੰ ਖੁਦ ਵੀ ਉਹ ਮੰਨ ਰਹੇ ਹੈ ਕਿ ਉਹ ਗਲਤੀ ਹੈ। ਜੀ ਹੈਲੋ, ਬਾਕੀ ਜੀ ਇੱਕ ਹੋਰ ਮੈਂ ਇਹ ਤੁਸੀਂ ਗਲਤੀ ਹੈ ਜਿੱਦਾਂ ਉਹਦੀ ਸ਼ਰੇਆਮ ਲਿਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਿਖਿਆ ਕਿ ਉਹਨੇ ਆਪਣੇ ਪੁੱਤਰ ਨੂੰ ਵੱਡੇ ਨੂੰ ਗੱਦੀ ਨਹੀਂ ਦਿੱਤੀ, ਛੋਟੇ ਨੂੰ ਗੱਦੀ ਦਿੱਤੀ ਆ ਕਿਉਂਕਿ ਉਹ ਉਹਦੇ ਨੌਕਰਾਨੀ ਦੇ ਮਤਲਬ ਪੇਟੋ ਸੀ। ਇਹ ਕੀ ਮਤਲਬ ਇਹ ਵੀ ਗਲਤ ਨਹੀਂ ਛੱਡਿਆ? ਦੇਖੋ ਮੈਂ ਵੀਰ ਜੀ ਇਹੀ ਤੇ ਕਹਿ ਰਿਹਾ, ਮੈਂ ਜਿਹੜੀਆਂ ਵੀ ਪੁਸਤਕਾਂ ਨਾ, ਜਿਵੇਂ ਹੁਣ ਮੈਂ ਤੁਹਾਨੂੰ ਵਿਸਥਾਰ ਸਹਿਤ ਤੇ ਨਹੀਂ ਜਾ ਸਕਦਾ, ਬਹੁਤ ਕਿਤਾਬਾਂ ਈਵਨ ਜਿਹੜੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਵੀ ਹੈਗੀਆਂ, ਪਰ ਉਹ ਸਿਰਫ ਐਜ਼ ਏ ਸਰੋਤ ਦੇ ਤੌਰ ਦੇ ਉੱਤੇ ਲਈਆਂ ਜਾ ਸਕਦੀਆਂ, ਉਹਨਾਂ ਨੂੰ ਪੂਰੇ ਐਜ਼ ਇਟ ਇਜ਼ ਅਸੀਂ ਨਹੀਂ ਲੈ ਕੇ ਤੁਰ ਸਕਦੇ। ਇਹ ਇਸ ਨੂੰ ਇਸ ਅੰਦਾਜ਼ੇ ਦੇ ਨਾਲ ਵੇਖਣ ਦੀ ਲੋੜ ਹੈ। ਸਮਾਂ ਇੱਕ ਛੋਟੇ ਜਿਹੇ ਬ੍ਰੇਕ ਦਾ, ਉਹਦੇ ਬਾਅਦ ਮੁੜ ਹਾਜ਼ਰ ਹੁੰਨੇ ਆ। ਤੁਸੀਂ ਆਪਣੀਆਂ ਕਾਲਸ ਜ਼ਰੂਰ ਸਾਨੂੰ ਕਰ ਸਕਦੇ ਹੋ ਔਰ ਇਹਦੇ ਬਾਰੇ ਆਪਣੇ ਵਿਚਾਰ ਦੇ ਸਕਦੇ ਹੋ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਿਆਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਇਹ ਸਹੀ ਹੈ ਕਿ ਜਿਹੜੀ ਵੀ ਕੋਈ ਕਿਤਾਬ ਹੋਏਗੀ, ਜਿਹੜਾ ਵੀ ਲਿਖਾਰੀ ਹੋਏਗਾ, ਔਰ ਖਾਸ ਕਰਕੇ ਜਦੋਂ ਬਾਹਰਲੇ ਮਾਹੌਲ ਚੋਂ ਆਏਗਾ ਜਾਂ ਦੂਜੇ ਕਿਸੇ ਸੰਸਕਾਰਾਂ ਨੂੰ ਲੈ ਕੇ ਆਂਦਾ ਹੈ, ਉਹਦਾ ਸਮਝਣ ਦਾ ਨਜ਼ਰੀਆ ਵੱਖ ਹੋ ਸਕਦਾ ਹੈ। ਹੁਣ ਜੇਕਰ ਅੱਜ ਅਸੀਂ ਸਾਕਾ ਨੀਲਾ ਤਾਰਾ ਬਾਰੇ, ਬਲੂ ਸਟਾਰ ਬਾਰੇ ਲਿਖਣਾ ਹੈ, ਤਾਂ ਸਾਨੂੰ ਸਰਕਾਰ ਦਾ ਵਾਈਟ ਪੇਪਰ ਉਸ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ। ਜੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਲਿਖਣਾ ਹੈ ਤਾਂ ਸਾਨੂੰ ਤੁਜ਼ਕੇ ਜਹਾਂਗੀਰੀ ਦੇਖਣੀ ਪਏਗੀ। ਜੇ ਸਾਨੂੰ ਕਾਜ਼ੀ ਨੂਰ ਮੁਹੰਮਦ ਦਾ ਸਰੋਤ ਦੇਖਣਾ ਪੈਣਾ, ਜਿਹਦੇ ਸਿੱਖਾਂ ਨੂੰ ਕੁੱਤੇ ਕਰਕੇ ਲਿਖਿਆ ਔਰ ਇਹ ਲਿਖਿਆ। ਜੇਕਰ ਭਾਰਤ ਜਦੋਂ ਅੰਗਰੇਜ਼ ਆਏ ਹੈ, ਉਹਨਾਂ ਨੇ 1888 ਦੇ ਵਿੱਚ ਇੱਕ ਕਿਤਾਬ ਛਾਪੀ ਔਰ ਉਹਦੇ ਵਿੱਚ ਇਹ ਵੀ ਲਿਖ ਦਿੱਤਾ ਕਿ ਉਹਦੇ ਵਿੱਚ ਸਾਰਾ ਲਿਖਿਆ ਕਿ ਸਿੱਖਾਂ ਨੂੰ ਅੰਮ੍ਰਿਤ ਕਿਵੇਂ ਛਕਾਇਆ ਜਾਂਦਾ ਹੈ। ਰਹਿਤਨਾਮਾ ਵੀ ਲਿਖ ਦਿੱਤਾ, ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਵੀ ਟਰਾਂਸਲੇਟ ਕਰਕੇ ਪਾਇਆ, ਪਰ ਨਾਲ ਇਹ ਵੀ ਲਿਖ ਦਿੱਤਾ ਕਿ ਪੰਜਾਬ ਦੇ ਵਿੱਚ ਚੋਰੀ ਚਕਾਰੀ ਨਹੀਂ ਹੈ, ਪਰ ਇਹ ਕਿਸੇ ਦੇ ਮਾਲ ਡੰਗਰ ਖੋਲ ਕੇ ਲੈ ਜਾਂਦੇ ਆ, ਕਿਸੇ ਦੀਆਂ ਜਨਾਨੀਆਂ ਚੁੱਕ ਕੇ ਲੈ ਜਾਂਦੇ। ਹੁਣ ਉਹ ਕਿਤਾਬ ਨੂੰ ਸੁੱਟ ਦੇਣਾ ਵੀ ਗਲਤ ਹੈ, ਉਹਨੂੰ ਐਜ਼ ਇਟ ਇਜ਼ ਪ੍ਰਵਾਨ ਕਰਨਾ ਵੀ ਗਲਤ ਹੈ। ਇੱਕ ਸੋਰਸ ਮਟੀਰੀਅਲ ਦੇ ਤੌਰ ਦੇ ਉੱਤੇ ਇਹ ਸਾਰੇ ਸਰੋਤ ਹੈ, ਇਸ ਨਜ਼ਰੀਏ ਤੋਂ ਦੇਖਣਾ ਪਏਗਾ। ਹਾਂ, ਜੇ ਉਹਦੀ ਕਿਤਾਬ ਦੇ ਵਿੱਚ ਜੋ ਗਲਤ ਹੈ, ਮੈਂ ਨਹੀਂ ਕਹਿ ਸਕਦਾ, ਨਹੀਂ ਕਹਿੰਦਾ ਕਿ ਗਲਤ ਨਹੀਂ ਹੈ, ਕੋਈ ਵੀ ਕਿਤਾਬ ਦੇ ਵਿੱਚ ਉਹਦੇ ਵਿੱਚ ਨੋਟਸ ਜ਼ਰੂਰ ਦੇਣੇ ਚਾਹੀਦੇ ਹੈ, ਜਿਵੇਂ ਗੁਰਬਿਲਾਸ ਵਿੱਚ ਦਿੱਤੇ ਗਏ ਹੈ, ਜਿਵੇਂ ਭਾਈ ਵੀਰ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਵੀ ਦਿੱਤੇ ਹੈ, ਔਰ ਸੂਰਜ ਪ੍ਰਕਾਸ਼ ਹੁਣ ਬੜਾ ਵੱਡਾ ਪ੍ਰੋਜੈਕਟ ਜਿਹੜਾ ਸ਼੍ਰੋਮਣੀ ਕਮੇਟੀ ਨੇ ਆਪਣੇ ਹੱਥ ਵਿੱਚ ਲਿਆ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਲਾਂਬਾ ਸਾਹਿਬ, ਮੈਂ ਇੰਨਾ ਹੀ ਕਹਿਣਾ ਚਾਹੁੰਦਾ, ਨਾ ਬੁੱਕ ਪੜ੍ਹੀ ਹੈ ਜੀ, ਨਾ ਮੈਨੂੰ ਇਹਦਾ ਕੋਈ ਗਿਆਨ ਹੈ। ਮੈਂ ਐਕਚੁਅਲੀ ਸਰਚ ਕਰ ਰਿਹਾ ਸੀ ਕਿ ਮੈਨੂੰ ਸ਼ਾਇਦ amazon.com ਤੋਂ ਮੈਨੂੰ ਇਹ ਬੁੱਕ ਮਿਲ ਜਾਏ ਤੇ ਮੈਂ ਬੁੱਕ ਲੈ ਕੇ ਪੜ੍ਹਾਂ ਜੀ। ਬਟ ਮੇਰਾ ਇੰਨਾ ਹੀ ਕਹਿਣਾ ਕਿ ਜੇ ਸਾਨੂੰ ਪਤਾ ਲੱਗ ਗਿਆ ਕਿ ਇਸ ਕਿਤਾਬ ਵਿੱਚ ਚਾਹੇ ਜੋਸਫ ਡੇਵੀ ਕਨਿੰਗਮ ਦੀ ਕਿਤਾਬ ਜਾਂ ਜਿਹੜੀ ਹਿੰਦੀ ਵਿੱਚ ਪ੍ਰਕਾਸ਼ਿਤ ਹੋਈ ਹੈ, ਤੇ ਉਹਦੇ ਚ ਸਾਡੇ ਗੁਰੂ ਸਾਹਿਬਾਂ ਬਾਰੇ ਕੋਈ ਗਲਤ ਚੀਜ਼ ਐਸੀ ਲਿਖੀ ਹੈ ਜਿਹੜੀ ਠੀਕ ਨਹੀਂ ਹੈ, ਹਾਂਜੀ ਕਰੈਕਟ ਹੈ, ਹਾਂਜੀ, ਕਿ ਸਾਡਾ ਇਹ ਫਰਜ਼ ਨਹੀਂ ਬਣਦਾ ਕਿ ਅਸੀਂ ਉਸ ਕਿਤਾਬ ਦਾ ਜਾਂ ਉਸ ਚੀਜ਼ ਦਾ ਖੰਡਨ ਕਰੀਏ ਤੇ ਉਹਨੂੰ ਕਰੈਕਟ ਕਰੀਏ ਕਿ ਇਹ ਚੀਜ਼ ਨਹੀਂ ਠੀਕ, ਰਾਦਰ ਦੇਨ ਕਿ ਉਹਨੂੰ ਦੁਬਾਰਾ ਪ੍ਰਕਾਸ਼ਿਤ ਕਰੀਏ ਤੇ ਉਹੀ ਗਲਤ ਚੀਜ਼ਾਂ ਪ੍ਰਕਾਸ਼ਿਤ ਹੋਣ। ਬਿਲਕੁਲ, ਮੈਂ ਤੁਸੀਂ ਜੀ ਬਿਲਕੁਲ ਮੈਂ ਤੁਹਾਡੇ ਨਾਲ ਹਾਂ ਪੂਰੀ ਤਰ੍ਹਾਂ ਸਹਿਮਤ ਹਾਂ। ਜੋ ਤੁਸੀਂ ਆਪ ਜੀ ਹੁਕਮ ਕਰ ਰਹੇ ਹੋ, ਇਸ ਤੋਂ ਪਹਿਲੇ ਵੀ ਕਿਤਾਬਾਂ ਸ਼੍ਰੋਮਣੀ ਕਮੇਟੀ ਨੇ ਛਾਪੀਆਂ, ਦਿੱਲੀ ਕਮੇਟੀ ਨੇ ਛਾਪੀਆਂ, ਔਰ ਜਿੱਥੇ ਜਿੱਥੇ ਗਲਤੀ ਹੈਗੀ ਹੈ ਉਹ ਓਰੀਜਨਲ ਵੀ ਦਿੱਤਾ ਹੈ ਤੇ ਨਾਲ ਟਿੱਪਣੀ ਦਿੱਤੀ ਹੈ, ਫੁੱਟ ਨੋਟਸ ਦਿੱਤੇ ਹੋਏ ਹੈ। ਇਹੀ ਤਰੀਕਾ ਹੁੰਦਾ ਹੈ ਲਿਖਾਰੀ ਦਾ। ਓਰੀਜਨਲ ਨੂੰ ਡਿਸਟਰਬ ਨਹੀਂ ਕੀਤਾ ਜਾਂਦਾ,
ਥੱਲੇ ਫੁੱਟਨੋਟ ਦੇ ਦਿੱਤਾ ਜਾਂਦਾ ਹੈ, ਕਿਉਂਕਿ ਉਹ ਇੱਕ ਇੰਪੋਰਟੈਂਟ ਸੋਰਸ ਮਟੀਰੀਅਲ ਹੈ ਆਉਣ ਵਾਲੇ ਰਿਸਰਚ ਸਕਾਲਰਸ ਲਈ, ਔਰ ਇਹ ਨੋਟ ਦੇ ਕੇ ਹੀ ਇਸ ਨੂੰ ਰਿਲੀਜ਼ ਕਰਨਾ ਚਾਹੀਦਾ। ਇਹ ਬਿਲਕੁਲ ਤੁਹਾਡੀ ਰਾਏ ਸਹੀ ਹੈਗੀ ਹੈ। ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ, ਥੈਂਕ ਯੂ। ਹੈਲੋ ਹੈਲੋ, ਹਾਂਜੀ ਵੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਲਾਂਬਾ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਵੀਰ ਜੀ? ਮੈਂ ਬਿੱਟੂ ਬੋਲ ਰਿਹਾ। ਲਾਂਬਾ ਸਾਹਿਬ, ਤੁਸੀਂ ਇੱਕ ਗੱਲ ਦੱਸਿਆ, 2 ਸਵਾਲ ਦਾ ਜਵਾਬ ਦਿਓ ਵੀ ਗੁਰੂ ਅਰਜਨ ਦੇਵ ਨੇ ਆਤਮ ਹੱਤਿਆ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਉਹ ਡਾਕੇ ਮਾਰਦਾ ਸੀ। ਗੱਲ ਇਹ ਹੈਗੀ ਹੈ, ਇਹ ਤੁਸੀਂ ਇਹ ਗੱਲ ਦੀ ਪ੍ਰੋੜਤਾ ਕਰ ਰਹੇ ਜੇ ਕਿ ਉਹ ਕਿਤਾਬ ਸਾਰੀ ਸਹੀ ਹੈ? ਮੈਂ ਬਿਲਕੁਲ ਨਹੀਂ ਕਰ ਰਿਹਾ। ਮੈਂ ਵੀਰ ਜੀ, ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਕਿਹਾ, ਮੇਰੀ ਗੱਲ ਧਿਆਨ ਨਾਲ ਤੁਸੀਂ ਕਿਹਾ ਨਾ, ਮੈਂ ਤੁਹਾਨੂੰ ਦੋਨੋਂ ਗੱਲਾਂ ਦਾ ਦੱਸਦਾ। ਤੁਸੀਂ ਇਹ ਗੱਲ ਦੱਸੋ ਨਾ ਵੀ ਉਹ ਡਾਕੇ ਮਾਰਦਾ ਸੀ ਜਾਂ ਉਹਨੇ ਆਤਮ ਹੱਤਿਆ ਕੀਤੀ ਹੈ? ਤੁਹਾਡੀ ਸਾਰੀ ਉਮਰ ਲੰਘ ਗਈ ਆ ਭਾਈ ਸਾਹਿਬ, ਮੈਂ ਇਹੀ ਗੱਲ ਕਹਿ ਰਿਹਾ ਕਿ ਜਿਨ੍ਹਾਂ ਲੋਕਾਂ ਨੇ ਇਹ ਲਿਖਿਆ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਖੁਦਕੁਸ਼ੀ ਕੀਤੀ, ਭਾਈ ਤਾਂ ਹੀ ਕਰਕੇ ਪੰਥ ਪ੍ਰਕਾਸ਼ ਵਿੱਚ ਲਿਖਣਾ ਪਿਆ, ਕਹਿ ਗੁਰੂ ਅਰਜਨ ਦਰਿਆਏ ਨਾ ਬੋੜਿਓ, ਕੀ ਉਹਨਾਂ ਨੂੰ ਡੋਬਿਆ ਨਹੀਂ ਗਿਆ, ਕੀ ਉਹਨਾਂ ਨੂੰ ਦਰਿਆ ਦੇ ਵਿੱਚ ਨਹੀਂ ਕੀਤਾ ਗਿਆ। ਇਸੇ ਤਰੀਕੇ ਦੀ ਕਿਤਾਬ ਜਿਹੜੀ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਜਦੋਂ ਛਪੀ ਸੀ ਕਿ ਪਲੰਡਰ ਐਂਡ ਰੈਪਾਈਨ ਸੀ, ਤਾਂ ਉਸ ਦਾ ਫਿਰ ਜਿਹੜਾ ਸੀਗਾ ਉਹਨਾਂ ਨੇ ਕਰੈਕਟ ਕੀਤਾ ਔਰ ਉਸ ਨੂੰ ਵਾਪਸ ਲਿਆ ਔਰ ਸੋਧ ਕੀਤੀ। ਸੋ ਇਹ ਜਿਹੜੀ ਕਹਿ ਰਹੇ ਹੈ ਕਿ ਉਸ ਦੇ ਵਿੱਚ ਕੋਈ ਵੀ ਐਸੀ ਗੱਲ ਹੈਗੀ ਹੈ, ਉਸ ਨੂੰ ਕਦੀ ਵੀ ਸਿੱਖ ਇਤਿਹਾਸ ਪ੍ਰਵਾਨ ਨਹੀਂ ਕਰ ਸਕਦਾ, ਔਰ ਇਤਨਾ ਅਥੈਂਟਿਕ ਇਤਿਹਾਸ ਸਾਡੇ ਕੋਲ ਮੌਜੂਦ ਹੈ। ਹਾਂ, ਉਹਦੇ ਤੇ ਨੋਟ ਜ਼ਰੂਰ ਦੇ ਕੇ ਹੀ ਉਸ ਨੂੰ ਦੇਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਹੈਲੋ 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 ਹਾਂਜੀ ਹਾਂਜੀ ਵੀਰ ਜੀ, ਕੌਣ ਜੀ? ਹਾਂਜੀ, ਮੈਂ ਮਨਜੀਤ ਸਿੰਘ ਬੋਲ ਰਿਹਾ ਜੀ। ਕਿੱਥੋਂ ਵੀਰ ਜੀ? ਆਪਣੇ ਸਰੀ ਤੋਂ ਜੀ। ਹਾਂਜੀ ਹਾਂਜੀ ਮਨਜੀਤ ਸਿੰਘ ਜੀ, ਜੀ ਆਇਆਂ ਨੂੰ, ਹੁਕਮ ਕਰੋ। ਹਾਂਜੀ, ਆਪਾਂ ਗੱਲ ਕਰ ਸਕਦੇ ਜੀ? ਹਾਂ ਹਾਂ ਬਿਲਕੁਲ, ਤੁਸੀਂ ਲਾਈਨ ਤੇ ਹੋ। ਠੀਕ ਹੈ ਜੀ। ਹਾਂਜੀ ਵੀਰ ਜੀ। ਹਾਂਜੀ ਹਾਂਜੀ, ਹਾਂ ਬੋਲੋ, ਤੁਸੀਂ ਲਾਈਨ ਤੇ ਹੋ, ਬੋਲੋ। ਅੱਛਾ ਜੀ, ਅੱਛਾ ਜੀ, ਠੀਕ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਕਿ ਇੱਕ ਪਾਸੇ ਸ਼੍ਰੋਮਣੀ ਕਮੇਟੀ ਹੈ ਤੇ ਇੱਕ ਪਾਸੇ ਕਿਤਾਬ ਦਾ ਵਿਰੋਧ ਕਰਨ ਵਾਲੇ ਬੰਦੇ ਆ। ਜੀ। ਜਿਹੜੇ ਵਿਰੋਧ ਕਰਨ ਵਾਲੇ ਬੰਦੇ ਆ ਉਹ ਵੀ ਕੋਈ ਆਮ ਵਿਅਕਤੀ ਨਹੀਂ ਹੈਗੇ ਸਾਰੇ। ਜੀ 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 ਜੀ। ਤੇ ਕੋਈ ਨਾ ਕੋਈ ਗੱਲ ਤਾਂ ਹੈ ਹੀ ਆ ਜੀ। ਮੈਂ ਪੜ੍ਹੀ ਤਾਂ ਪਰ ਮੈਂ ਰੋਜ਼ ਨਿਊਜ਼ ਵਿੱਚ ਸੁਣਦਾ ਆ। ਹਾਂਜੀ ਵੀਰ ਜੀ, ਹਾਂਜੀ। ਕੋਈ ਨਾ ਕੋਈ ਗੱਲ ਤਾਂ ਹੈ ਜੀ, ਬਸ ਇਹੀ ਮੈਂ ਕਹਿਣਾ ਚਾਹੁੰਦਾ ਜੀ। ਨਹੀਂ, ਬਿਲਕੁਲ ਸਹੀ ਕਹਿ ਰਹੇ ਹੋ, ਕੋਈ ਗੱਲ ਨਹੀਂ, ਗੱਲ ਬਿਲਕੁਲ ਸਪਸ਼ਟ ਹੋ ਚੁੱਕੀ ਹੈ ਕਿ ਡੇਵਿਡ ਕਨਿੰਗਮ ਦੀ ਜਿਹੜੀ ਕਿਤਾਬ ਹੈਗੀ ਹੈ ਉਹ ਬਹੁਤ ਹੀ ਅਹਿਮ ਸਰੋਤ ਮਟੀਰੀਅਲ ਹੈ। ਉਸ ਤੋਂ ਬਾਅਦ ਕਿਸੇ ਵੀ ਇਤਿਹਾਸਕਾਰ ਨੇ ਜਿਹੜੀ ਵੀ ਕਿਤਾਬ ਲਿਖੀ ਹੈ, ਕੁਝ ਵੀ ਲਿਖਿਆ ਹੈ, ਉਹ ਉਹਦੇ ਹਵਾਲੇ ਦੇ ਬਿਨਾਂ ਨਹੀਂ ਲਿਖੀ। ਪਰ ਕੁਦਰਤੀ ਤੌਰ ਦੇ ਉੱਤੇ ਉਹ ਪਹਿਲਾ ਇਤਿਹਾਸਕਾਰ ਹੈ ਜਿਸ ਨੇ ਕਿ ਬਾਹਰ ਦਾ ਵਿਦੇਸ਼ੀ ਹੈ ਜਿਹਨੇ ਇੱਥੇ ਲਿਖਿਆ, ਔਰ ਉਹ ਲਿਖਣ ਕਰਕੇ ਉਹਨੂੰ ਆਪਣੀ ਜਾਨ ਵੀ ਦੇਣੀ ਪਈ, ਉਸ ਦੀ ਨੌਕਰੀ ਵੀ ਗਈ। ਸੋ ਉਹ ਇੱਕ ਸਰੋਤ ਹੈ। ਜੇ ਉਹਦੇ 'ਚ ਗਲਤੀਆਂ ਹੈਗੀਆਂ, ਜੇ ਨਹੀਂ ਹੈਗੀਆਂ, ਉਹਨਾਂ ਨੂੰ ਕਰੈਕਟ ਕਰਨਾ ਚਾਹੀਦਾ, ਸੁਧਾਰ ਦੇਣਾ ਚਾਹੀਦਾ। ਉਹਦੇ ਬਾਅਦ ਇਹ ਜਿਹੜੀ ਹੈ ਪ੍ਰਚਾਰਿਤ ਪ੍ਰਸਾਰਿਤ ਕਰਨੀ ਚਾਹੀਦੀ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਹੈਲੋ 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 ਹਾਂਜੀ, ਕੌਣ ਜੀ? ਹਾਂਜੀ, ਤੁਸੀਂ ਲਾਈਨ ਤੇ ਹੋ। ਹੈਲੋ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਮੈਂ ਸੰਧੂ ਬੋਲ ਰਿਹਾ ਲਾਂਬਾ ਸਾਹਿਬ ਜੀ। ਸੰਧੂ ਸਾਹਿਬ ਜੀ ਆਇਆਂ ਨੂੰ, ਹੁਕਮ ਕਰੋ। ਹੁਕਮ ਤੇ ਇਹ ਬਸ ਮੈਂ ਤਾਂ ਸਿਰਫ ਹੈਲੋ। ਹਾਂਜੀ ਹਾਂਜੀ, ਹਾਂ, ਮੈਂ ਸੁਣ ਰਿਹਾ ਸੀਗਾ ਜੀ। ਵੀ ਜਿਹੜੇ ਉਹ ਸੱਸਾ ਵਾਲੇ ਸਨ, ਕੱਲ ਜਿਹੜੇ ਨਾਮ ਮੈਨੂੰ ਉਹਨਾਂ ਦਾ ਭੁੱਲ ਗਿਆ, ਪਿੱਛੇ ਉਹ ਸੱਸਾ ਹੀ ਲਿਖਦੇ ਨੇ ਜਿਨ੍ਹਾਂ ਨੇ ਇਹ ਕੇਸ ਨੂੰ ਚੱਕਿਆ। ਜੀ ਜੀ। ਉਹਨਾਂ ਦੇ ਜਿਹੜਾ ਉਹ ਬੋਲ ਰਿਹਾ ਸੀਗਾ, ਜੇ ਤੁਸੀਂ ਉਹਦਾ ਸਾਰਾ ਪਿਛੋਕੜ ਗੱਲਬਾਤ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਸਿੱਖ ਵਿਰੋਧੀ ਸੀ। ਇੱਕ ਮੈਂ ਮਤਲਬ ਇਹਦੇ ਵਿੱਚ ਮੈਂ ਕੰਡਮ ਨਹੀਂ ਕਰਦਾ ਕਿਸੇ ਨੂੰ ਵੀ, ਕਿਉਂਕਿ ਬੰਦਾ ਜਦੋਂ ਬੋਲਦਾ ਹੈ ਨਾ, ਉਹ ਆਪਣਾ ਸੁਭਾਅ ਛੱਡਦਾ ਜ਼ਰੂਰ ਆ ਜੀ। ਤੇ ਉਹ ਬੋਲਦਾ ਸੀ ਜਦੋਂ ਪਿਆ, ਮੈਂ ਸੁਣ ਰਿਹਾ ਸਾਂ ਉਹਦਾ ਜੀ। ਉਹ
ਸਿੱਖਾਂ ਦੇ ਖਿਲਾਫ ਜੇ ਬੋਲ ਰਿਹਾ ਸੀ, ਜੇ ਉਹਦੇ ਕੋਲ ਕੇਸ ਸੀਗਾ ਤੇ ਉਹ ਪਹਿਲਾਂ ਵੀ ਕਰ ਸਕਦਾ ਸੀਗਾ। ਜੀ ਦੂਸਰੀ ਗੱਲ, ਜੀ ਜਦੋਂ ਵੀ ਕਿਸੇ ਹਕੂਮਤ ਹੁੰਦੀ ਹੈ ਕੋਈ ਹੋਰ, ਉਹ ਆਪਣਾ ਜ਼ੋਰ ਲਾਉਂਦੀ ਹੈ। ਜੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਸਿੱਖਾਂ ਦੇ ਬਾਰੇ, ਸਿੱਖ ਇਤਿਹਾਸ ਬਾਰੇ, ਗੁਰੂਆਂ ਬਾਰੇ ਕੋਈ ਗਲਤ ਨਹੀਂ ਲਿਖਿਆ ਗਿਆ। ਗੋਰੇ ਆਏ, ਉਹਨਾਂ ਲਿਖਿਆ। ਫਿਰ ਹਿੰਦੂ ਆ ਗਏ, ਹੁਣ ਹਿੰਦੂ ਲਿਖ ਰਹੇ ਨੇ। ਨਾ ਉਹ ਸ਼੍ਰੋਮਣੀ ਕਮੇਟੀ ਦਾ ਵਰਤ ਲਓ ਜਾਂ ਮੈਨੂੰ ਵਿੱਚੋਂ ਖਰੀਦ ਲੈਣ, ਮੈਂ ਵਿੱਚੋਂ ਕੁਝ ਕਰ ਦਿਆਂ। ਸਾਨੂੰ ਸਮਝ ਹੋਣੀ ਚਾਹੀਦੀ ਹੈ, ਸਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਹੈ। ਅਸੀਂ ਖੁਦ ਪੋਜ਼ਿਟਿਵ ਹੋਵਾਂਗੇ ਤੇ ਤਾਂ ਗੱਲ ਬਣੇਗੀ, ਤਾਂ ਜਾ ਕੇ ਟਾਕਰਾ ਲਵਾਂਗੇ। ਨਹੀਂ ਤੇ ਇਹ ਛੋਟੀਆਂ ਮੋਟੀਆਂ ਗੱਲਾਂ ਦੇ ਮਗਰ ਜਾ ਕੇ ਕੌਮ ਨੂੰ ਵੰਡੀ ਜਾਣਾ, ਇਹ ਬਿਲਕੁਲ ਗਲਤ ਹੈਗਾ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਪਰ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਜਿਹੜਾ ਇਲਜ਼ਾਮ ਲਗਾ ਰਿਹਾ ਹੈ ਉਹਦੇ ਕ੍ਰੈਡੈਂਸ਼ੀਅਲਸ ਤੇ, ਭਾਵੇਂ ਉਹ ਖੁਦ ਨਿੱਜੀ ਤੌਰ ਤੇ ਸਹੀ ਹੈ ਗਲਤ ਹੈ, ਸਾਨੂੰ ਉਹਦੇ ਤੇ ਕੁਐਸਚਨ ਕਰਨ ਦਾ, ਸਵਾਲ ਕਰਨ ਦਾ ਕੋਈ ਹੱਕ ਨਹੀਂ। ਸਵਾਲ ਤਾਂ ਇਹ ਹੈ ਕਿ ਜਿਹੜੀ ਗੱਲ ਉਹ ਕਹਿ ਰਹੇ ਹੈ ਉਹ ਸਹੀ ਹੈ ਕਿ ਗਲਤ ਹੈ, ਉਹਦਾ ਜਵਾਬ ਸਾਨੂੰ ਦੇਣਾ ਹੈ, ਨਾ ਕਿ ਸਵਾਲ ਕਰਨ ਵਾਲਾ ਜਿਹੜਾ ਹੈ ਉਹਦੇ ਤੇ ਅਸੀਂ ਕਿਸੇ ਕਿਸਮ ਦੇ ਕੋਈ ਉਹਨੂੰ ਸਵਾਲੀਆ ਕਰੀਏ। ਇਹ ਨਹੀਂ ਹੋ ਸਕਦਾ। ਬਹੁਤ ਬਹੁਤ ਮਿਹਰਬਾਨੀ। ਹੈਲੋ ਹੈਲੋ, ਤੁਸੀਂ ਆਪਣੇ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋਗੇ ਜੀ? ਹਾਂਜੀ ਭਾਈ ਸਾਹਿਬ। ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ? ਜਸਵੀਰ ਸਿੰਘ ਬੋਲ ਰਿਹਾ ਜੀ। ਹਾਂਜੀ ਵੀਰ ਜੀ, ਹੁਕਮ ਕਰੋ। ਹੁਕਮ ਨੇ ਜੀ, ਦੋ ਮਨ ਵਿੱਚ ਸ਼ੰਕੇ ਨੇ ਜੀ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਸਾਹਿਬ। ਜੀ ਜੀ, ਸਮਾਂ ਬਹੁਤ ਥੋੜਾ ਹੈ, ਅੱਧੇ ਮਿੰਟ ਚ ਕਰ। ਜੀ ਇੱਕ ਤਾਂ ਇਹ ਆ ਵੀ ਕਿ ਅੱਜ ਉਸ ਪੁਸਤਕ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਅਨੁਵਾਦਿਤ ਕਰਕੇ ਹੂਬਹੂ ਵੰਡਣਾ ਬਹੁਤ